मैं की कहा सी कि ਇਹਦੇ ਚ ਤੇ ਇਹਦੇ ਚ ਬਹੁਤ ਥੋੜਾ ਫਰਕ ਹੁੰਦਾ ਹੈ। ਯੂ ਕੈਨ ਇਵਨ ਯੂਜ਼ ਥੀਸ ਵਿਦ ਈਚ ਅਦਰ, ਮਤਲਬ ਇੱਕ ਦੂਜੇ ਦੀ ਜਗ੍ਹਾ ਤੇ। ਇੱਥੇ ਕੀ ਹੁੰਦਾ ਹੈ, ਇੱਥੇ ਸਿੱਧਾ ਮਾਤਰਾ ਤੇ ਖਤਮ ਹੋ ਜਾਂਦਾ ਹੈ। ਸੋ ਇਟ ਸਪੈਸੀਫਾਈਜ਼ ਕਿ ਇਹ ਕੀ ਹੈਗਾ, ਪਾਸਟ ਹੈ। ਜਦ ਕਿ ਆ ਇਸੇ ਦੇ ਨਾਲ ਮਤਲਬ ਲਾਈਨ ਆਲਮੋਸਟ ਸੇਮ ਪਾਸਟ ਵਾਲੀ, ਬਟ ਉਹਦੇ ਨਾਲ ਇੱਕ ਹੈ ਲੱਗ ਗਿਆ, ਉਹਨੇ ਇਹ ਦੱਸਤਾ ਕਿ ਪ੍ਰੈਜ਼ੈਂਟ ਹੈ। बट ये फिर प्रेजेंट केड़ा बन गया, प्रेजेंट परफेक्ट बन गया। आ लाइन बनूगी कि आई डिड होमवर्क, मैं पास्ट दे विच खत्म कर लिया सी। आ लाइन बनूगी आई हैव डन होमवर्क। तो एट द एंड इफेक्ट दोनों का सेम बनता है कि मेरा होमवर्क इस टाइम कंप्लीट, ठीक है। तो ये लाइन मैं उधर भी कही थी। ओके, सो स्टार्टिंग फ्रॉम द फर्स्ट वन, ਇਹਦੇ ਬਾਰੇ ਆਪਾਂ ਗੱਲ ਕੀਤੀ ਹੈ ਕਿ ਹੈਬਿਟ ਇਨ ਯੂਨੀਵਰਸਲ ਟਰੂਥ ਦੱਸਦਾ। ਤਾਂ ਯੂਨੀਵਰਸਲ ਟਰੂਥ ਸਭ ਤੋਂ ਛੋਟਾ ਕੀ ਹੈ, ਸੂਰਜ ਪੂਰਬ ਵਿੱਚੋਂ ਚੜ੍ਹਦਾ ਹੈ, ਵਿੱਚੋਂ ਉਗਦਾ ਹੈ ਕਹਿੰਦੇ ਆ। ਤਾਂ ਇਹਦਾ ਰੂਲ ਕੀ ਬਣਦਾ ਹੁੰਦਾ ਹੈ, ਰੂਲ ਇਹਦਾ ਬਣਦਾ ਹੈ ਸਬਜੈਕਟ ਪਲੱਸ ਵਰਬ ਦੀ ਫਰਸਟ ਫਾਰਮ ਪਲੱਸ ਐਸ ਔਰ ਈਐਸ प्लस ऑब्जेक्ट। आई दा मेन रूल बनता है। तो ये की आ जाऊगा, हम सब्जेक्ट कौन है, काम कौन करता है, सूरज। तो इतना आ जाऊगा सन। वर्ब की होंगे, वर्ब जो पछाणना हो तो लास्ट जेडे दो वर्ड होंगे उन्होंने वर्ब लिखा है, ठीक है। उगला है तो राइज, हम वर्ब की फर्स्ट फॉर्म है उगला मतलब राइज, सन राइज। फिर मैं की देखना कि जे तो है सिंगुलर, तो फिर तो की लगूगा वर्ब दी फर्स्ट फॉर्म नाल एस और ईएस लगूगा, ठीक है। ਉਹਦੇ ਵਿੱਚੋਂ ਵੀ ईएस ਕਿੱਥੇ ਲੱਗਣਾ ਹੈ, ईएस ਲੱਗਣਾ ਜਿੱਥੇ ਐਂਡ ਵਰਡ एस ऑन सॉरी एच ਆਉਂਦਾ ਹੈ ਜਾਂ ओ ਆਉਂਦਾ ਹੈ ਜਾਂ एस ਵੀ ਆ ਜਾਂਦਾ ਹੈ, ਠੀਕ ਹੈ। ਜਿਵੇਂ ही वॉचेस टीवी, ठीक है। ਜਾਂ आई ਤਾਂ ਨਹੀਂ ਆਊਗਾ, ही goes to school, ठीक है। ਜਾਂ ਇੱਥੇ ਵੀ ਕੋਈ ਇਦਾਂ ਦਾ ਵਰਡ ਹੋਣੇ, ਇੱਥੇ ਮਿਸਿਸ, ਹੀ ਮਿਸਿਸ ਦਾ ਬਸ, ਠੀਕ ਹੈ। ਤੇ ਕੁਝ ਇਦਾਂ ਦਾ ਉਹਨਾਂ ਦੇ ਨਾਲ ਕੀ ਹੋਊਗਾ, ਈਐਸ ਲੱਗੂਗਾ। ਅਦਰਵਾਈਜ਼ ਨਾਰਮਲੀ ਜਿਹੜੇ ਬਾਕੀ ਵਰਡ ਆਉਂਦੇ ਪਹਿਲਾਂ ਨਾਲ ਸਿਰਫ ਐਸ ਲੱਗੂਗਾ, ਠੀਕ ਹੈ। ਤੇ ਇੱਥੇ ਸਨ ਰਾਈਜ਼, ਹੁਣ ਸਨ ਸਿੰਗੂਲਰ ਹੈ ਕਿ ਪਲੂਰਲ ਹੈ, ਇੱਕ ਬੰਦਾ ਹੈ ਕਿ ਜ਼ਿਆਦਾ ਜਣੇ ਹੈ, ਇੱਕੋ ਹੀ ਹੈ। ਤਾਂ ਸਨ ਰਾਈਜ਼ਸ, ਹੁਣ ਵਿੱਚੋਂ ਤਾਂ ਇਹ ਆ ਗਿਆ ਪ੍ਰੈਪੋਜੀਸ਼ਨ ਇਨ ਦ ਈਸਟ, ਪੂਰਬ ਦਾ ਮਤਲਬ ਈਸਟ, ठीक है। जो एस और ईएस है थर्ड पर्सन माने लगता है। हाँ, थर्ड पर्सन में आए ही और शी, हाँ थर्ड पर्सन ही आएगा। तो सिंगुलर है जेड़ा वर्ब दी फर्स्ट फॉर्म दे नाल ओदे नाल एस जुड़ूगा या ईएस जुड़ूगा, किथे जिथे एच आउंदा है, ओ आउंदा है या एस आउंदा है लास्ट ते, उथे ईएस जुड़ूगा, ठीक है। इसी तरह उस स्कूल जाना है, बहुत कॉमन वाली लाइन है, उस स्कूल जाना है। सन सॉरी ही हम जाना उदा हुआ है, गोज टू मैं फॉरन जाना चाहता हाँ। ਹੁਣ ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਦੋ ਵਰਬ ਆਉਂਦੇ ਪਏ, ਜਾਣਾ ਵੀ ਇੱਕ ਵਰਬ ਹੀ ਹੈ ਵੈਸੇ, ਤੇ ਚਾਹੁੰਦਾ ਵੀ ਇੱਕ ਵਰਬ ਹੀ ਹੈ, ਠੀਕ ਹੈ। ਬਟ ਜਿਹੜਾ ਮੇਰਾ ਮੇਨ ਵਰਬ ਹੁੰਦਾ ਉਹ ਹਮੇਸ਼ਾ ਉਹ ਹੁੰਦਾ ਜਿਹੜਾ ਲਾਈਨ ਦੀ ਐਂਡ ਤੇ ਆਵੇ, ਠੀਕ ਹੈ, ਜਿਹੜਾ ਲਾਸਟ ਵਾਲਿਆਂ ਚ ਆਵੇ। ਤੇ ਇੱਥੇ ਚਾਹਣਾ ਜਿਹੜਾ ਵਾਂਟ ਸਮਥਿੰਗ ਉਹ ਮੇਰਾ ਮੇਨ ਵਰਬ ਆਉਂਦਾ ਹੈ। ਤੇ ਇੱਥੇ ਕੀ ਹੁੰਦਾ ਹੈ, ਆਈ ਵਾਂਟ ਟੂ, आई वॉन्ट टू या विश टू, या उधर भी लिखा है डिजायर टू। एक वर्ड और सी बोलिया सी किसी बच्चे ने नहीं, इंटेंड, आई इंटेंड, मैं जाना चाहता हाँ, आई इंटेंड टू गो। हुण इत्थे आपां पंजाबी च कह दिंदे कि फॉरन जाना चाहुंदे हैं, बट जो इंग्लिश च बोलना तो फॉरन इदा नहीं लगता, उत्थे की आ सकता अब्रॉड या ओवरसीज, ठीक है। हुण इत्थे भी कई बच्चे गलती करते हैं, मैं वो पिछली बार भी पॉइंट आउट की थी कि बच्चे कहते हैं आई वांट टू गो टू अब्रॉड फॉर माय फर्दर स्टडीज।
ਅਬਰੋਡ ਜਾਂ ਓਵਰਸੀਜ਼ ਤੋਂ ਪਹਿਲਾਂ ਕਦੇ ਵੀ ਟੂ ਨਹੀਂ ਲੱਗਣਾ। ਆਈ ਵਾਂਟ ਟੂ ਗੋ ਅਬਰੋਡ, ਆਈ ਵਾਂਟ ਟੂ ਗੋ ਓਵਰਸੀਜ਼, ਠੀਕ ਹੈ, ਫॉर ਮਾਈ ਫਰਦਰ ਸਟੱਡੀ। ਇੱਥੇ ਜਿਹੜਾ ਟੂ ਹੈ ਉਹ ਨਹੀਂ ਹੁੰਦਾ। ਦੈਨ ਹੁਣ ਕੁਝ ਇਦਾਂ ਦੀਆਂ ਲਾਈਨ ਸੋਚੋ ਜਿਹੜੀਆਂ ਕਿ ਵਾਕਈ ਤੁਹਾਡੇ ਰਾਈਟਿੰਗ ਟਾਸਕ ਦੇ ਵਿੱਚ ਕੰਮ ਆਉਣੀ। ਟੈਕਨੋਲੋਜੀ ਇਨਸਾਨ ਦੀ ਹਰ ਕੰਮ ਵਿੱਚ ਮਦਦ ਕਰਦੀ ਹੈ, ਕਿਉਂਕਿ ਸ਼ਾਰਟ ਲਾਈਨਸ ਹਰ ਕੋਈ ਲਿਖੀ ਜਾਂਦਾ, ਲੌਂਗ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵਾ ਕਿ ਕਿਹੜੀ ਚੀਜ਼ ਕਿੱਥੇ ਪੁੱਟ ਅਪ ਕਰਨੀ ਹੈ। ਤੇ ਇੱਥੇ ਸਿੰਪਲ ਲਾਈਨ ਹੈ ਕਿ ਸਬਜੈਕਟ ਉਹਦੇ ਨਾਲ ਵਰਬ ਦੀ ਫਰਸਟ ਫਾਰਮ ਲਾਓ ਪਲੱਸ ਐਸ ਔਰ ਈਐਸ ਲਾਓ ਪਲੱਸ ਆਬਜੈਕਟ ਲਾਓ। ਪਰ ਕਈ ਵਾਰ ਕੀ ਹੁੰਦਾ ਕਿ ਹੋਰ ਵੀ ਨਾਲ ਚੀਜ਼ਾਂ ਜੁੜੀਆਂ ਹੁੰਦੀਆਂ, ਠੀਕ ਹੈ। ਤਾਂ ਪਹਿਲੀ ਕੀ ਹੈ ਕਿ ਟੈਕਨੋਲੋਜੀ ਇਨਸਾਨ ਦੀ, ਮਤਲਬ ਸਾਡੀ ਨਹੀਂ ਕਹਿਣਾ, ਵੀ ਨੀਡ ਟੂ ਅਵੋਇਡ ਐਨੀ ਕਾਈਂਡ ਆਫ ਪਰਸਨਲ ਪ੍ਰੋਨਾਊਨ। ਤਾਂ ਟੈਕਨੋਲੋਜੀ ਇਨਸਾਨ ਦੀ ਹਰ ਕੰਮ ਵਿੱਚ ਮਦਦ ਕਰਦੀ ਹੈ। ਤਾਂ ਹੁਣ ਇਹਦੇ ਚੋਂ ਪਹਿਲਾਂ ਤਾਂ ਇਹਨਾਂ ਨੂੰ ਜੱਜ ਕਰੋ। ਸਬਜੈਕਟ ਆਉਂਦਾ ਹੈ ਟੈਕਨੋਲੋਜੀ, ਆਬਜੈਕਟ ਕੌਣ ਆਉਂਦਾ ਪਿਆ? ਨਹੀਂ, ਉਹ ਤਾਂ ਵਰਬ ਹੈ। ਜਿਹੜਾ ਮਦਦ ਕਰਨਾ ਹੈ ਉਹ ਆਪਣਾ ਵਰਬ ਹੈ, ਉਹ ਕੰਮ ਹੈ ਮਦਦ ਕਰਨਾ ਦਾ। ਇਹਦੇ ਚ ਆਬਜੈਕਟ ਕੌਣ ਹੈ? ਆਬਜੈਕਟ ਹੈ ਇਨਸਾਨ, ਠੀਕ ਹੈ, ਕਿਉਂਕਿ ਉਹਦੇ ਤੇ ਕੰਮ ਹੁੰਦਾ ਹੈ, ਉਹਦੀ ਮਦਦ ਕੀਤੀ ਜਾ ਰਹੀ ਹੈ, ਠੀਕ ਹੈ। ਤੇ ਆ ਜਿਹੜਾ ਹੈਗਾ ਐਕਸਟਰਾ ਆ ਗਿਆ ਐਲੀਮੈਂਟ ਜਿਹੜਾ ਕਿ ਪ੍ਰੈਪੋਜੀਸ਼ਨ ਦੇ ਨਾਲ ਜੁੜਦਾ ਹੈ। ਹੁਣ ਐਸ ਸੱਚ ਪ੍ਰੈਪੋਜੀਸ਼ਨ ਦਾ ਕੋਈ ਇਦਾਂ ਦਾ ਪਰਫੈਕਟ ਰੂਲ ਨਹੀਂ ਹੈਗਾ। ਪ੍ਰੈਪੋਜੀਸ਼ਨ ਦਾ ਕੋਈ ਐਸ ਸੱਚ ਪਾਰਟਿਕੂਲਰ ਰੂਲ ਨਹੀਂ ਹੈਗਾ। ਟੂ ਵਾਲੀ ਚੀਜ਼ ਕਿਤੇ ਲੱਗਦੀ ਹੈ, ਫਰੋਮ ਵਾਲੀ ਕਿਤੇ ਲੱਗਦੀ ਹੈ, ਇਨ ਵਾਲੀ ਕਿਤੇ ਲੱਗਦੀ ਹੈ। ਉਹਦੇ ਲਈ ਵੀ ਵੈਸੇ ਪੰਜਾਬੀ 'ਚ ਬਣਿਆ ਹੈ, ਇੰਗਲਿਸ਼ 'ਚ ਵੀ ਹੈਗਾ ਉਹਦਾ ਰੂਲ, ਬਟ ਸਮਟਾਈਮਸ ਉਹ ਸ਼ਫਲ ਹੁੰਦੇ ਰਹਿੰਦੇ ਅੱਗੇ ਵਿੱਚ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਕੀ ਆਊਗਾ? ਸਬਜੈਕਟ ਤਾਂ ਫਰੰਟ ਹੀ ਆਉਣਾ ਟੈਕਨੋਲੋਜੀ। ਤਾਂ ਆ ਚੀਜ਼ਾਂ ਤੋਂ ਨਾ ਨਰਵਸ ਹੋਇਆ ਕਰੋਗੇ, ਯਾਰ ਆ ਵਿੱਚ ਐਕਸਟਰਾ ਕੀ ਲਿਖਿਆ ਹੋਇਆ, ਇਹਨੂੰ ਮੈਂ ਕਿੱਥੇ ਪੁੱਟ ਕਰਨਾ। ਬਹੁਤੇ ਬੱਚਿਆਂ ਦਾ ਲਾਈਨ ਫਾਰਮੇਸ਼ਨ ਤਾਂ ਹੀ ਖਰਾਬ ਹੋਈ ਜਾਂਦੀ ਬਿਕੋਜ਼ ਦੇ ਆਰ ਨਾਟ ਇਵਨ ਥਿੰਕਿੰਗ ਬਿਫੋਰ ਰਾਈਟਿੰਗ ਦਾ ਲਾਈਨ। ਹੁਣ ਇਹਦੇ ਵਿੱਚ ਸਿੱਧਾ ਹੈ ਕਿ ਪਹਿਲਾਂ ਤਾਂ ਜੱਜ ਕਰੋਗੇ, ਯਾਰ ਆਹ ਸਬਜੈਕਟ ਸੀ, ਆਹ ਆਬਜੈਕਟ ਹੈ ਤੇ ਆਹ ਵਰਬ ਹੈ, ਮੇਰਾ ਪਹਿਲਾ ਸੈਂਟੈਂਸ ਤੱਕ ਇਦਾਂ ਹੀ ਬਣਨਾ, ਠੀਕ ਹੈ। ਆਹ ਜਿਹੜੀ ਚੀਜ਼ ਹੈ ਨਾ ਉਹ ਬਾਹਰ ਦਾ ਕੰਮ ਹੈ ਮੇਰਾ, ਠੀਕ ਹੈ। ਇਹਦੇ 'ਚ ਕੀ ਆ ਗਿਆ? ਟੈਕਨੋਲੋਜੀ ਹੈਲਪਸ, ਕਿਉਂਕਿ ਟੈਕਨੋਲੋਜੀ ਨੂੰ ਮੈਂ ਸਿੰਗੂਲਰ ਕੰਸੀਡਰ ਕਰਦਾ ਮੈਂ, ਠੀਕ ਹੈ। ਤੇ ਉਹਦੇ ਨਾਲ ਲੱਗ ਗਿਆ ਵਰਬ ਦੀ ਫਸਟ ਫਾਰਮ ਨਾਲ ਐਸ। ਤਾਂ ਟੈਕਨੋਲੋਜੀ ਹੈਲਪਸ ਪੀਪਲ ਜਾਂ ਹਿਊਮਨਸ ਹੁਣ ਜੇ ਹਿਊਮਨਸ ਲਿਖਦੇ ਪਏ ਹੋ ਤਾਂ ਵੀ ਸਹੀ ਹੈ, ਜੇ ਹਿਊਮਨ ਲਿਖ ਦਿੰਦੇ ਹੋ ਤਾਂ ਵੀ ਸਹੀ ਹੈ, ਕਿਉਂਕਿ ਪੰਜਾਬੀ 'ਚ ਵੀ ਇਨਸਾਨ ਤੇ ਇਨਸਾਨ ਇਹਨਾਂ 'ਚੋਂ ਕਿਹੜਾ ਪਲੂਰਲ ਹੈ ਤੇ ਕਿਹੜਾ ਸਿੰਗੂਲਰ ਨਹੀਂ ਪਤਾ ਹੁੰਦਾ, ਠੀਕ ਹੈ। ਜੇ ਮੈਂ ਹਿਊਮਨਸ ਦੀ ਗੱਲ ਕਰਦਾ ਤਾਂ ਮਤਲਬ ਮੈਂ ਇਕੱਲੇ ਨੂੰ ਅਲੱਗ ਗਿਣਦਾ, ਠੀਕ ਹੈ। ਆ ਇੱਕ ਹਿਊਮਨ, ਆ ਦੂਜਾ ਹਿਊਮਨ, ਤੀਜਾ, ਚੌਥਾ, ਪੰਜਵਾਂ, ਸਾਰੇ ਹਿਊਮਨ ਤੇ ਜ਼ਿਆਦਾ ਹਿਊਮਨ ਮਿਲਾ ਕੇ ਬਣ ਗਿਆ ਹਿਊਮਨਸ, ਠੀਕ ਹੈ। ਤੇ ਜੇ ਮੈਂ ਇਕੱਲਾ ਇੱਕ ਹਿਊਮਨ ਲਿਖ ਦਿੰਦਾ, ਦੈਟ ਮੀਨਸ ਆਈ ਐਮ ਟਾਕਿੰਗ ਅਬਾਊਟ ਦ ਹੋਲ ਕਲਾਸ ਜਾਂ ਕਮਿਊਨਿਟੀ। तो इंसान एक पूरी जाति का नाम रख लिया, ठीक है। तो तुम ह्यूमन भी यूज कर सकते हो, ह्यूमनस भी यूज कर सकते हो। बस इस चीज़ का ध्यान रखो कि जे ह्यूमन है तुहाडा तो ह्यूमन के नाल इत्थे एस और एस लगना, ठीक है। तो जे इत्थे ह्यूमनस आ गया वो क्योंकि प्लूरल हो गया तो इस करके इहदा इत्थे एस और एस नहीं लगना, ठीक है। उस चीज़ का ध्यान रखना पड़ेगा। तो टेक्नोलॉजी हेल्प्स पीपल, ह्यूमन और ह्यूमनस काम विच नूं आपां की कहंदे हैं इंग्लिश in हर काम, in every work, on every field, every sector, every work, कुछ भी इतना लिखो। I would suggest कि तुम लिखो in every sector, क्योंकि वो और भी बढ़िया वर्ड बन जाता है। सेक्टर नॉर्मली ध्यान नहीं आता। उस तो अगली गल, लोग चीज़ां ऑनलाइन खरीदते हैं। ये सेंटेंस कॉमन है, लोग चीज़ां ऑनलाइन खरीदते हैं। लोग चीज़ां ऑनलाइन खरीदते हैं। पहला तो मैनू इन्हां चों स्पैसीफाई करके दो, लोग की आउंदा सब्जेक्ट, क्योंकि वो खरीदते पे, काम करते पे। खरीदना की आउंदा पे वर्ब, वो क्योंकि उसकी एक्टिविटी है। चीज़ां की आउंदा पे ऑब्जेक्ट है, ठीक है। फिर ऑनलाइन की है, एक तो दसो हम पहला।
ऑनलाइन की आउंदा है जल्दी दसो यार ਜਿਹੜੇ ਉਦਣ ਗ੍ਰਾਮਰ ਦੇ ਐਲੀਮੈਂਟਸ ਜਾਂ ਟੂਲਸ ਦੱਸੇ ਸੀ ਉਹਨਾਂ ਵਿੱਚੋਂ ਆਨਲਾਈਨ ਕੀ ਹੈ सर नाउन भी हो सकता है। ਨਹੀਂ ਹੈਗਾ ਇੱਥੇ एक कादा तरीका है हाँ हाँ एडजेक्टिव भी तो भी शायद एडजेक्टिव नहीं हैगा एडवर्ब है ये वो चीज़ां खरीदते पे है कितना खरीदते पे है ऑनलाइन पे काम करने का तरीका है ठीक है ਹੁਣ ਜਿਹੜੇ ਬੱਚੇ ਨੇ ਉਹ ਕਲਾਸਾਂ ਲਾਈਆਂ ਆ ਅਬੇ ਜਿਹੜਾ ਐਡਵਰਬ ਹੈ ਉਹ ਲਾਈਨ 'ਚ ਕਿੱਥੇ ਟਿਕਦਾ ਹੁੰਦਾ ਹੈ ਕਿਹਨੂੰ ਕਿਹਨੂੰ ਪਤਾ ਕਿ ਐਡਵਰਬ ਲਾਈਨ 'ਚ ਕਿੱਥੇ ਟਿਕਦਾ ਜਿਹੜਾ ਹੈਂਡ ਰੇਜ਼ ਕਰਿਓ ਤੀਜੇ ਨੰਬਰ ਤੇ ਹੁੰਦਾ ਹੈ ਕਿਹੜੇ ਤੀਜੇ ਨੰਬਰ ਤੇ ਕਿਹਦੇ ਤੋਂ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਸਟਾਰਟਿੰਗ ਤੋਂ ਤੀਜੇ ਨੰਬਰ ਤੇ ਤਾਂ ਨਹੀਂ ਹੁੰਦਾ ਕਿਹੜੇ ਕਿਹੜੇ ਬੱਚੇ ਨੂੰ ਪਤਾ ਕਿ ਐਡਵਰਬ ਕਿੱਥੇ ਹੁੰਦਾ ਪਿੱਛੇ ਵੇਖਣ ਨੂੰ ਗਿਆ ਹੀ ਨਹੀਂ ਕਾਪੀ ਐਡਵਰਬ ਕਿੱਥੇ ਲੱਗਦਾ ਹੈ ਹੱਥ ਖੜਾ ਕਰੋ ਜਰਾ सर वर्ब ਨੂੰ स्पेसिफाई कर दो कि वर्ब तो आगे लगेगा वर्ब तो बाद गलती में है। वर्ब लगता है अपना ਕੀ वर्ब के बाद में वर्ब लगता है ਹੁਣ ਉਦਣ ਵੀ ਮੈਂ ਇੱਥੇ ਇੱਕ ਏਡੀ ਲੰਬੀ ਲਾਈਨ ਲਿਖ ਕੇ ਦਿੱਤੀ ਸੀ ਕਿ ਪ੍ਰੋਪਰ ਜਿਹਦੇ ਚ ਕੱਲੀ ਕੱਲੀ ਚੀਜ਼ ਕਿੱਥੇ ਟਿਕਦੀ ਹੈ ਮੈਂ ਉਹ ਦੱਸਿਆ ਸੀ ਤੁਹਾਨੂੰ ਹਨਾ ਕੱਢਿਓ ਜਰਾ ਉਹ ਪੇਜ ਕੱਢਿਓ ਜਿਹੜੇ ਬੱਚਿਆਂ ਨੇ ਪਿਛਲੇ ਹਫ਼ਤੇ ਕਲਾਸ ਲਾਈ ਹੋਈ ਸੀ ਆਰਟੀਕਲ ਵੀ ਤੁਸੀਂ ਦੱਸੇ ਸੀ ਉਸ ਤੋਂ ਪਹਿਲਾਂ ਲੱਗਦੇ ਆ ਜਿੱਦਾਂ ਦੇਖੋ ਜਿਹੜੀ ਪਲੇਸਮੈਂਟ ਫਾਈਨਲ ਪਲੇਸਮੈਂਟ ਮੈਂ ਲਾਈਨ ਦੀ ਇੱਕ ਲੰਬੀ ਜੀ ਲਾਈਨ ਲਿਖਵਾਈ ਸੀਗੀ ਕਿ ਇਦਾਂ ਜੁੜਦੀਆਂ ਨੇ ਚੀਜ਼ਾਂ ਉਹ ਜੇ ਕਾਪੀਆਂ ਲਿਖੀਆਂ ਨੂੰ ਖੋਲ ਕੇ ਕੋਈ ਕਿੱਥੋਂ ਪਤਾ ਲੱਗ ਜੂਗਾ ਕਿ ਇਦਾਂ ਜਾ ਸੀ ਕਿਉਂਕਿ ਆਪਾਂ ਵੀ ਉਹਨੂੰ ਨਹੀਂ ਲਿਖਿਆ ਹੋਇਆ ਨੋਟ यहाँ पे नहीं आएगा आ लिखा हुआ है तो ਉਹਦੇ ਨਾਲ ਦਾ ਮੈਂ ਇੱਕ ਸੈਂਟੈਂਸ ਵੀ ਦਿੱਤਾ ਸੀਗਾ ਦੇਖੋ ਹੁਣ ਕਿਸੇ ਨੂੰ ਕਿਸੇ ਬੱਚੇ ਨੂੰ ਯਾਦ ਆਉਂਦਾ ਹੋਵੇ ਡੇਟ ਪਾ ਲਿਆ ਕਰੋ ਯਾਰ ਜਦੋਂ ਕੋਈ ਇਦਾਂ ਦਾ ਹੁੰਦਾ ਨਾ ਅੱਜ ਪਤਾ ਲੱਗ ਜਾਏ ਕਿਦਾਂ ਕਰਵਾਇਆ ਜਿੱਦਣ ਮੈਂ ਗ੍ਰਾਮਰ ਕਰਵਾਈ ਹੈ ਨਾ ਸ਼ੁਰੂ ਪ੍ਰੋਪਰ ਲਾਸਟ ਸੈਟਰਡੇ ਸ਼ਾਇਦ ਪਿਛਲੇ ਤੋਂ ਪਿਛਲੇ ਸੈਟਰਡੇ ਉਦੋਂ ਉਹਦੇ ਵਿੱਚ ਲਿਖਵਾਇਆ ਸੀਗਾ ਕਿ ਆਰਟੀਕਲ ਫਿਰ ਉਹਦਾ ਦਾ ਐਰੋਗੈਂਟ ਬॉय ਵਾਲੀ ਹਾਂ ਤਾਂ ਇਹਦੇ ਵਿੱਚ ਕੀ ਸੀਗਾ ਮੈਂ ਉਦੋਂ ਵੀ ਕਿਹਾ ਸੀ ਕਿ ਜਿਹੜਾ ਐਡਜੈਕਟਿਵ ਹੁੰਦਾ ਹੈ ਉਹ ਵਿਸ਼ੇਸ਼ਣ ਹੈ ਉਹ ਨਾਉਨ ਦੀ ਵਿਸ਼ੇਸ਼ਤਾ ਦੱਸਦਾ ਹੈ ਤਾਂ ਫਰੰਟ ਤੇ ਲੱਗੂਗਾ ਬਟ ਜਿਹੜਾ ਐਡਵਰਬ ਹੈ ਉਹ ਕੰਮ ਕਰਨ ਦਾ ਤਰੀਕਾ ਦੱਸਦਾ ਹੈ ਤਾਂ ਬਾਅਦ ਚ ਲੱਗੂਗਾ ਹਲੇ ਕੱਲ ਪਰਸੋਂ ਵੀ ਕਵਰ ਹੋਈ ਸੀ ਉਹਦੀ ਗੱਲ ਤਾਂ ਜਦੋਂ ਮੈਂ ਰਾਈਟਿੰਗ ਟਾਸਕ 1 ਦਾ ਦੱਸਦਾ ਪਿਆ ਸੀ ਤੇ ਕੱਲ ਵੀ ਜਦੋਂ ਆਪਾਂ ਲਿਖਿਆ ਕਿ ਇਟ ਗ੍ਰੇਟਲੀ ਜਿਹੜਾ ਸੀਗਾ ਉਹ ਆਪਣਾ ਐਡਵਰਬ ਸੀਗਾ ਆਪਣੇ ਵਰਬ ਤੋਂ ਬਾਹਰ ਲੱਗਦਾ ਪਿਆ ਸੀ ਤੇ ਇਹਦੀ ਲਾਈਨ ਕੀ ਬਣੂਗੀ ਸਬਜੈਕਟ ਸਭ ਤੋਂ ਪਹਿਲਾਂ ਪੀਪਲ ਵਰਬ ਦੀ ਫਰਸਟ ਫਾਰਮ ਬਾਈ ਫਿਰ ਉਹ ਚੀਜ਼ਾਂ ਕੋਈ ਵੀ ਜਿਹੜਾ ਮਰਜ਼ੀ ਥਿੰਗਸ ਤੇ ਲਾਸਟ ਤੇ ਲੱਗਣਾ ਸੀ ਆਨਲਾਈਨ ਕਿ ਐਡਵਰਬ ਹੈ ਜਿਹੜਾ ਆਪਣਾ ਉਹ ਲਾਸਟ ਤੇ ਆਉਂਦਾ ਤਾਂ ਹੁਣ ਇਸੇ ਇੱਕ ਛੋਟੀ ਜੀ ਗਲਤੀ ਨਾਲ ਤੁਹਾਡੇ ਪੂਰੀ ਲਾਈਨ ਦਾ ਜਲੂਸ ਵੀ ਨਿਕਲ ਜਾਂਦਾ ਹੁਣ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕਿ ਆਨਲਾਈਨ ਕਿੱਥੇ ਲਿਖਣਾ ਹੈ ਪੀਪਲ ਬਾਈ ਆਨਲਾਈਨ ਥਿੰਗਸ ਉਹ ਲਾਈਨ ਗਲਤ ਹੈ ਠੀਕ ਹੈ ਐਗਜ਼ੈਕਟ ਲਾਈਨ ਕੀ ਬਣਦੀ ਹੈ ਪੀਪਲ ਬਾਈ ਥਿੰਗਸ ਆਨਲਾਈਨ ਕਿਉਂਕਿ ਆਨਲਾਈਨ ਕੀ ਹੈ ਉਹ ਇਹ ਦੱਸਦਾ ਹੈ ਕਿ ਉਹ ਖਰੀਦਦੇ ਕਿੱਦਾਂ ਇਹ ਚੀਜ਼ਾਂ ਨੂੰ ਤੇ ਦੇ ਬਾਈ ਥਿੰਗਸ ਆਨਲਾਈਨ ਤਾਂ ਆਨਲਾਈਨ ਐਡਵਰਬ ਬਣ ਗਿਆ ਐਡਵਰਬ ਜਦੋਂ ਵੀ ਆਉਂਦਾ ਲਾਈਨ 'ਚ ਉਹ ਲਾਸਟ ਤੇ ਆਉਂਦਾ ਠੀਕ ਹੈ ਇੱਕ ਦੋ ਸੈਂਟੈਂਸਸ ਫਿਰ ਤੋਂ ਇਹਦੇ ਲਾਉਂਗਾ ਆ ਇੱਕ ਵਾਰ ਮਿਟਾ ਦੇਣ ਲੱਗਿਆ ਉੱਪਰ ਵਾਲਾ ਸਿੰਪਲ ਵਾਲਾ ਜਿਹੜਾ चल पहला वाला ही सही है
ਤਾਂ ਹੁਣ ਜਿੱਦਾਂ ਜਿੱਦਾਂ ਲਾਈਨਸ ਲੰਮੀਆਂ ਹੋਈ ਜਾਣਗੀਆਂ ਉਦਾਂ ਕੀ ਹੈ ਕੁਝ ਨਾ ਕੁਝ ਵਿੱਚ ਐਕਸਟਰਾ ਜੁੜੂਗਾ ਕਿਉਂਕਿ ਇੱਕ ਸਿੰਪਲ ਸੈਂਟੈਂਸ 'ਚ ਕੀ ਆਉਣਾ ਇੱਕ ਸਬਜੈਕਟ ਇੱਕ ਆਬਜੈਕਟ ਇੱਕ ਵਰਬ ਤੇ ਇੱਕ ਟੈਂਸ ਦਾ ਰੂਲ ਸਿੰਪਲ ਉਹਦੇ ਨਾਲ ਹੀ ਗੱਲ ਖਤਮ ਹੋ ਜਾਣੀ ਬਟ ਰਾਈਟਿੰਗ ਟਾਸਕ ਜਦੋਂ ਆਪਾਂ ਕਰਦੇ ਪਏ ਵੀ ਆਰ ਨਾਟ ਗੋਇੰਗ ਟੂ ਰਾਈਟ ਐਨੀ ਸਮਾਲ অর ਵੈਰੀ ਸ਼ਾਰਟ ਲਾਈਨਸ ਉਹਦੇ ਵਿੱਚ ਤਾਂ ਇਦਾਂ ਹੀ ਆਊਗਾ ਕਿ ਵਿਦ ਸਮ ਪ੍ਰੈਪੋਜੀਸ਼ਨਸ ਤੇ ਇਹਦੇ ਵਿੱਚ ਕੀ ਆਉਣਾ ਪਿਆ ਉਹ ਸਭ ਦੀ ਬੁਰੇ ਸਮੇਂ ਵਿੱਚ ਮਦਦ ਕਰਦਾ ਹੈ ਇਹਦੇ ਵਿੱਚੋਂ ਹੈਲਪ ਕਰਨ ਵਾਲਾ ਕੌਣ ਹੈ ਸਬਜੈਕਟ ਕੌਣ ਹੈ ਉਹ ਆ ਆਪਣਾ ਸਬਜੈਕਟ ਹੈ ਆਬਜੈਕਟ ਕੌਣ ਹੈ ਚੋ ਮਦਦ ਕਿਸ ਦੀ ਹੁੰਦੀ ਪਈ ਹੈ ਸਾਰਿਆਂ ਦੀ ਤਾਂ ਉਹ ਆਬਜੈਕਟ ਬਣ ਗਏ ਆ ਜਿਹੜਾ ਹੈਗਾ ਇਹ ਆਪਣਾ ਐਕਸਟਰਾ ਆਉਂਦਾ ਹੈ ਮਟੀਰੀਅਲ ਠੀਕ ਹੈ ਤੇ ਮਦਦ ਕਰਦਾ ਕੀ ਹੈ ਇਹ ਵਰਬ ਹੈ ਤਾਂ ਇਹ 'ਚ ਕੀ ਆਊਗਾ ਉਹ ਹੁਣ ਇਹ ਤੋਂ ਕਰਦਾ ਹੈ ਤਾਂ ਮੈਨੂੰ ਕੀ ਸਪੈਸੀਫਾਈ ਹੁੰਦਾ ਹੈ ਕਰਦਾ ਹੈ ਤਾਂ ਕੀ ਸਪੈਸੀਫਾਈ ਹੁੰਦਾ ਹੈ ਕਿ ਉਹ ਮਤਲਬ ਚਲੋ ਉਹਦਾ ਜੈਂਡਰ ਦੱਸੋ ਸਬਜੈਕਟ ਦਾ ਮੁੰਡਾ ਹੋ ਵੈਰੀ ਗੁੱਡ ਕਰਦਾ ਹੈ ਤਾਂ ਪਤਾ ਲੱਗ ਕਿ ਮੁੰਡਾ ਹੋਊਗਾ ਹੀ ਆਊਗਾ ਕੁਝ ਬੱਚੇ ਇਹ ਵੀ ਮਿਸਟੇਕ ਕਰ ਦਿੰਦੇ ਕਈ ਵਾਰ ਤਾਂ ਹੀ ਹੁਣ ਅੱਗੇ ਕੀ ਆਊਗਾ ਹੈਲਪਸ ਹਾਂ ਸਭ ਦੀ ਮਤਲਬ ਆਲ ਜਾਂ एवरीवन ਜੋ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਬੁਰੇ ਸਮੇਂ ਦੇ ਵਿੱਚ ਕੀ ਆਊਗਾ ਹਾਂ ਇਨ ਟਫ ਟਾਈਮਸ ਇਨ ਡਿਫਿਕਲਟ ਸਿਚੁਏਸ਼ਨਸ ਇਨ ਟਫ ਟਾਈਮਸ ਜਾਂ ਇਨ ਜੋ ਤੁਸੀਂ ਕੀ ਕਿਹਾ ਸੀਗਾ in worse situations in difficult times मैं इंग्लिश सीखने ਲਈ ਸਕੂਲ ਜਾਂਦਾ ਹਾਂ ਇਹਦਾ ਕੀ ਬਣੂਗਾ I go to school ਚਲੋ ਆ ਤਾਂ ਬਹੁਤ ਕਾਮਨ ਜੀ ਲਾਈਨ ਹੈ ਠੀਕ ਹੈ ਇਹ ਤਾਂ ਸਾਰਿਆਂ ਨੂੰ ਆਉਂਦੀ ਹੈ I go to school ਇੱਥੇ ਕੀ ਆਊਗਾ for learning English. ਓਕੇ ਫॉर ਕਿਉਂ ਲਾਉਣੇ ਪਏ ਹੋ ਸਹਿਮਤ ਹੋ ਇਹਦੇ ਨਾਲ ਸਹਿਮਤ ਹੈ ਸਹੀ ਹੈ ਪਰ ਇਹਦਾ ਦੂਜਾ ਤਰੀਕਾ ਕੀ ਹੈਗਾ ਸਰ ਆਈਐਨਜੀ ਕਿਉਂ ਲੱਗਾ ਕਿਉਂਕਿ ਫॉर ਤੋਂ ਬਾਅਦ ਇਹ ਰੂਲ ਹੈ ਕਿ ਜਿਹੜਾ ਵੀ ਅੱਗੇ ਵਰਬ ਲੱਗਦਾ ਹੈ ਫॉर ਤੋਂ ਬਾਅਦ ਉਹਦੇ ਨਾਲ ਆਈਐਨਜੀ ਲੱਗਣਾ ਹੀ ਲੱਗਣਾ हाँ कोई भी हो ਇੱਥੇ ਕੀ ਆਸਦਾ ਹੈ go to school to learn English या for learning English दोनों ही सही है एक कल परसों में इधर सेंटेंस लिखा है ਤਾਂ ਲੋਕ ਅੱਜ ਕੱਲ ਟੈਕਨੋਲੋਜੀ ਤੇ ਪੂਰੀ ਤਰ੍ਹਾਂ ਡਿਪੈਂਡ ਕਰਦੇ ਹਨ ਇਹਦੇ ਚ ਸਬਜੈਕਟ ਕੌਣ ਹੈ ਲੋਕ ਆਪਣਾ ਸਬਜੈਕਟ ਹੈ टेक्नोलॉजी की है वो वैसे किसी से भी नहीं होता आ डिपेंड करना ये वर्ब है ठीक है ਹੁਣ ਇਹਦੇ ਵਿੱਚ ਕਲੀਅਰਲੀ ਜੇ ਗੱਲ ਕਰਾਂ ਤਾਂ ਆਪਾਂ ਟੈਕਨੋਲੋਜੀ ਨੂੰ ਕਹਿ ਦਾਂਗੇ ਕਿ ਆਬਜੈਕਟ ਹੈ ਪਰ ਟੈਕਨੋਲੋਜੀ ਆਬਜੈਕਟ ਨਹੀਂ ਹੈਗਾ ਇਸ ਲਾਈਨ ਦੇ ਵਿੱਚ ਕਲੀਅਰ ਕੋਈ ਵੀ ਆਬਜੈਕਟ ਨਹੀਂ ਹੈਗਾ ਠੀਕ ਹੈ ਆ ਜਿਹੜਾ ਟੈਕਨੋਲੋਜੀ ਆਉਂਦਾ ਹੈ ਉਹ ਔਨ ਤੋਂ ਬਾਅਦ ਆਊਗਾ ਮਤਲਬ ਇੱਕ ਪ੍ਰੈਪੋਜੀਸ਼ਨ ਤੋਂ ਬਾਅਦ ਠੀਕ ਹੈ ਤਾਂ ਇੱਥੇ ਕੀ ਆਊਗਾ ਪੀਪਲ ਹੁਣ ਆ ਜਿਹੜਾ ਅੱਜ ਕੱਲ ਇਹਦਾ ਕੀ ਕਰੂੰਗਾ Nowadays. ਤਾਂ ਸਟਾਰਟਿੰਗ ਮੈਂ ਕੀ ਕਰ ਸਕਦਾ ਇਨ ਦ ਕਰੰਟ ਟਾਈਮਸ ਨਾਊਅਡੇਜ਼ ਰੀਸੈਂਟਲੀ ਜਾਂ ਕੁਝ ਵੀ ਇਦਾਂ ਦਾ ਨਾਊਅਡੇਜ਼ ਪੀਪਲ ਫਿਰ ਅੱਗੇ ਵਰਬ ਆ ਜਾਊਗਾ ਡਿਪੈਂਡ Sir, totally depending on the ਕੰਪਲੀਟਲੀ ਡਿਪੈਂਡ ਆ ਜਾਊਗਾ ਟੋਟਲੀ ਡਿਪੈਂਡ ਜਾਂ ਕੰਪਲੀਟਲੀ ਡਿਪੈਂਡ ਜਾਂ ਕੁਝ ਵੀ ਇਦਾਂ ਦਾ ਚਲੋ ਇੱਥੇ ਇੱਕ ਹੋਰ ਚੀਜ਼ ਜੋੜ ਦਿੰਦਾ ਜ਼ਿਆਦਾ ਕੰਮਾਂ ਲਈ ਜ਼ਿਆਦਾਤਰ ਕੰਮਾਂ ਲਈ
ਇਹਦਾ ਕੀ ਬਣੂਗਾ ਹੁਣ ਫਿਰ ਤੇ ਲੋਕ ਅੱਜ ਕੱਲ ਜ਼ਿਆਦਾਤਰ ਕੰਮਾਂ ਲਈ ਟੈਕਨੋਲੋਜੀ ਤੇ ਪੂਰੀ ਤਰ੍ਹਾਂ ਡਿਪੈਂਡ ਕਰਦੇ ਨੇ ਤਾਂ ਆ ਜ਼ਿਆਦਾਤਰ ਕੰਮਾਂ ਲਈ ਜਿਹੜੀ ਮੈਂ ਲਾਈਨ ਲਿਖੀ ਹੈ ਐਕਸਟਰਾ ਇਹ ਹੁਣ ਕਿੱਥੇ ਚਲ ਜੂਗੀ For many of us, last ਲਾਸਟ 'ਚ ਲੱਗੂਗੀ ਪਰ ਮੈਨੀ ਨਹੀਂ ਲੱਗੂਗਾ ਜ਼ਿਆਦਾਤਰ ਨੂੰ ਆਪਾਂ ਹੋਰ ਕੀ ਕਹਿੰਦੇ ਆ ਉਸ ਤੋਂ ਇਲਾਵਾ most of ਮੋਸਟ ਲੱਗ ਗਿਆ ਉਸ ਤੋਂ ਇਲਾਵਾ ਅਦਰ ਵਰਕ ਉਹ ਬਾਕੀ ਦੇ ਹੋ ਗਿਆ ਜ਼ਿਆਦਾਤਰ ਕੰਮਾਂ ਲਈ ਅੱਜ ਹੀ ਕਿਸੇ ਇੱਕ ਬੱਚੇ ਨੂੰ ਵੀ ਬੋਲਿਆ ਸੀ most ਜ਼ਿਆਦਾਤਰ ਕੰਮਾਂ ਨੂੰ ਜ਼ਿਆਦਾਤਰ ਨੂੰ ਕੀ ਕਹਾਂਗੇ ਮੈਜੋਰਿਟੀ ਆਫ ਵਰਕ ਤਾਂ ਮੋਸਟ ਤਾਂ ਬਹੁਤ ਕਾਮਨ ਜਿਹਾ ਲੱਗਦਾ ਹੈ ਮੈਜੋਰਿਟੀ ਥੋੜਾ ਜਿਹਾ ਵਧੀਆ ਲੱਗਦਾ ਮੈਜੋਰਿਟੀ ਆਫ ਵਰਕਸ ਜਾਂ ਟਾਸਕਸ ਜਾਂ ਡੀਡਸ ਕੁਝ ਵੀ ਇਦਾਂ ਤੇ ਜ਼ਿਆਦਾਤਰ ਕੰਮਾਂ ਦੇ ਲਈ ਇਨਸਾਨ ਉਹਦੇ ਤੇ ਡਿਪੈਂਡ ਕਰਦਾ ਹੈ ਸੋ ਦਿਸ ਇਜ਼ ਹਾਊ ਯੂ ਐਡ ਅਪ ਦ ਐਲੀਮੈਂਟਸ ਔਨ ਯੋਰ ਰਾਈਟਿੰਗ ਠੀਕ ਹੈ ਸਿੰਪਲ ਸੈਂਟੈਂਸਸ ਹੈਗਾ ਕੁਝ ਵੀ ਨਹੀਂ ਇਹਨਾਂ ਚ ਬਟ unless you start working on your own and try to make such lines you won't be able to write a complete sentence ठीक है थोड़ा ਜਿਹਾ ਵਰਕਅਪ ਕਰੋ ਆਪਣੇ ਪੱਲਿਓਂ ਠੀਕ ਹੈ ਤਾਂ ਕਿ ਇਹ ਚੀਜ਼ਾਂ ਨੂੰ ਜੋੜਨਾ ਸਿੱਖੋ ਆ ਜਿਹੜੀਆਂ ਰੱਦੀ ਚੀਜ਼ਾਂ ਹੈਗੀਆਂ ਨਾ ਇਹ ਵੈਸੇ ਮੇਰਾ ਪੜਾਉਣਾ ਨਹੀਂ ਬਣਦਾ ਬਿਲਕੁਲ ਬੇਸਿਕ ਹੈ ਇਨ ਔਨ ਐਟ ਆਫ ਫॉर ਪ੍ਰੈਪੋਜੀਸ਼ਨਸ ਹੈ ਜਿਹੜੀਆਂ ਇਹ ਤੀਜੀ ਚੌਥੀ ਚ ਬੱਚਿਆਂ ਨੂੰ ਸਿਖਾ ਦਿੰਦੇ ਠੀਕ ਹੈ ਤੇ ਤੀਜੀ ਚੌਥੀ ਤੁਹਾਨੂੰ ਗ੍ਰਾਮਰ ਦੀਆਂ ਬੁੱਕਸ ਮਿਲਦੀਆਂ ਜਾਂ ਅਸਾਈਨਮੈਂਟਸ ਮਿਲਦੀਆਂ ਜਿੱਥੇ ਤੁਸੀਂ ਇੱਕ ਸੈਂਟੈਂਸ ਦੇ ਵਿੱਚ ਇਹਨਾਂ ਨੂੰ ਪੁੱਟ ਕਰਦੇ ਹੋ ਪਰ ਉਦੋਂ ਕੀ ਹੁੰਦਾ ਉਦੋਂ ਟੀਚਰਸ ਵੀ ਤੁਹਾਨੂੰ ਇਦਾਂ ਹੀ ਕਰਵਾ ਦਿੰਦੇ ਆ ਤੇ ਤੁਸੀਂ ਵੀ ਆਪਣੇ ਨਾਲ ਦੇ ਜਿਹਨੇ ਇੱਕ ਨੇ ਕੀਤਾ ਹੁੰਦਾ ਉਹ ਤੋਂ ਕਾਪੀ ਤੇ ਲਿਖ ਦਿੰਦੇ ਉਹ ਚੀਜ਼ਾਂ ਮੈਂ ਸ਼ੁਰੂ ਤੋਂ ਮਤਲਬ ਪਿਛਲੇ 3-4 ਸਾਲ ਤੋਂ ਦੇਖਦਾ ਕਿ ਬਹੁਤ ਸਾਰੇ ਬੱਚੇ ਇਹਨਾਂ ਦੇ ਤੋਂ ਆਲਰੇਡੀ ਲੈ ਕਰਦੇ ਆ ਲਾਈਨ ਜੇ ਲੰਬੀ ਬਣਨੀ ਹੈ ਤਾਂ ਉਹ ਤਾਂ ਹੀ ਬਣੂਗੀ ਯਾਰ ਅਸਲ ਲਾਈਨ ਤੇ ਇੱਥੇ ਹੀ ਖਤਮ ਹੋ ਜਾਂਦੀ ਹੈ ਜਿੱਥੇ ਤੁਹਾਡਾ ਸਬਜੈਕਟ ਵਰਬ ਤੇ ਆਬਜੈਕਟ ਆ ਗਿਆ ਤੇ ਗੱਲ ਖਤਮ ਹੋ ਗਈ ਮੇਨ ਲਾਈਨ ਤੇ ਇੱਥੇ ਹੀ ਖਤਮ ਹੋ ਗਈ ਹੈ ਉਸ ਤੋਂ ਬਾਅਦ ਅਗਲੀਆਂ ਚੀਜ਼ਾਂ ਨੂੰ ਜੋੜਨ ਵਾਲਾ ਕੀ ਹੈ ਪ੍ਰੈਪੋਜੀਸ਼ਨਸ ਤਾਂ ਲਾਈਨਸ ਲੰਬੀਆਂ ਤਾਂ ਹੀ ਹੁੰਦੀਆਂ ਜੇ ਤੁਹਾਡੇ ਪ੍ਰੈਪੋਜੀਸ਼ਨਸ ਪ੍ਰੋਪਰ ਚੱਲਣਗੇ ਠੀਕ ਹੈ ਸਿੰਪਲ ਪ੍ਰੈਜ਼ੈਂਟ ਵਾਲਾ ਡਨ ਹੋ ਗਿਆ ਪ੍ਰੈਜ਼ੈਂਟ ਇੰਡੈਫੀਨਿਟ ਵਾਲਾ ਹੁਣ ਇਹਦੇ ਵਿੱਚੋਂ ਤਾਂ ਇਹਦਾ ਰੂਲ ਆਪਣਾ ਕੀ ਸੀਗਾ ਸਬਜੈਕਟ ਵਰਬ ਦੀ ਫਰਸਟ ਫਾਰਮ ਨਾਲ ਐਸ ਔਰ ਈਐਸ ਪਲੱਸ ਆਬਜੈਕਟ ਮਤਲਬ ਐਸ ਔਰ ਈਐਸ ਕਿੱਥੇ ਲੱਗੂਗਾ ਜਿੱਥੇ ਸਿੰਗੂਲਰਸ ਆਉਂਦੇ ਪਏ ਤੇ ਐਸ ਔਰ ਈਐਸ ਕਿੱਥੇ ਨਹੀਂ ਲੱਗੂਗਾ ਆ ਵੀ ਚੀਜ਼ ਸਿੱਖ ਲਿਓ ਉਹ ਗੁੱਡੀ ਨੇ ਕਿਹਾ ਥਰਡ ਪਰਸਨ ਆਪਾਂ ਚਲੋ ਉਹ ਵੀ ਨਾਲ ਲਿਖ ਲੈਂਦੇ ਬਟ ਨਾਰਮਲੀ ਜ਼ਰੂਰੀ ਨਹੀਂ ਕਿ ਹਰ ਕੇਸ 'ਚ ਜਿਵੇਂ ਹੁਣ ਇੱਥੇ ਹਿਊਮਨਸ ਵਾਲਾ ਇੱਕ ਲਿਖਿਆ ਹੋਇਆ ਇੱਥੇ ਕਿਤੇ ਤਾਂ ਹਿਊਮਨਸ 'ਚ ਆਪਾਂ ਵੀ ਕਵਰ ਹੋ ਜਾਂਦੇ ਤਾਂ ਉਹਨਾਂ ਨੂੰ ਆਪਾਂ ਥਰਡ ਪਰਸਨ ਨਹੀਂ ਕਹਿ ਸਕਦੇ ਠੀਕ ਹੈ ਤਾਂ ਐਸ ਔਰ ਈਐਸ ਕਿੱਥੇ ਨਹੀਂ ਲੱਗੂਗਾ ਆ ਚੀਜ਼ ਨੂੰ ਖਾਸ ਧਿਆਨ 'ਚ ਰੱਖਿਓ ਆਈ ਤੇ ਯੂ ਕਹਿਣ ਨੂੰ ਇਹ ਵੀ ਜਿਹੜੇ ਸਿੰਗੂਲਰ ਹੀ ਹੈ ਆਈ ਦਾ ਮਤਲਬ ਮੈਂ ਤਾਂ ਸਿੰਗਲ ਕੱਲਾ ਬੰਦਾ ਠੀਕ ਹੈ ਯੂ ਜਿਹੜਾ ਜਿਵੇਂ ਕਿਸੇ ਇੱਕ ਬੰਦੇ ਨੂੰ ਕਹਿਣਾ ਪਿਆ ਤਾਂ ਹੀ ਇਜ਼ ਆਲਸੋ ਸਿੰਗੂਲਰ ਪਰ ਫਿਰ ਵੀ ਇਹਨਾਂ ਨੂੰ ਜਦੋਂ ਆਪਾਂ ਪੁੱਟ ਕਰਦੇ ਹਾਂ ਤਾਂ ਇਹਨਾਂ ਨੂੰ ਆਪਾਂ ਐਸ ਔਰ ਈਐਸ ਨਹੀਂ ਲਗਾਉਂਦੇ ਠੀਕ ਹੈ ਕਿਉਂਕਿ ਇਹ ਫਰਸਟ ਪਰਸਨ ਤੇ ਸੈਕੰਡ ਪਰਸਨ ਆ ਜਾਂਦਾ ਪਲੱਸ ਇਹ ਤੋਂ ਇਲਾਵਾ ਜਿੰਨੇ ਵੀ ਆਪਣੇ ਪਲੂਰਲ ਸਬਜੈਕਟ ਹੁੰਦੇ ਆ ਜਿਵੇਂ ਕਿ ਵੀ ਹੋ ਗਿਆ ਦੇ ਹੋ ਗਿਆ ਜਾਂ ਦੋ ਜਾਣਿਆਂ ਦਾ ਨਾਮ ਲੈ ਕੇ ਦਿਸ ਐਂਡ ਦਿਸ ਉੱਥੇ ਜਿਹੜਾ ਉਹ ਆਪਣਾ ਐਸ ਔਰ ਈਐਸ ਨੈਕਸਟ ਵਰਬ ਦੇ ਨਾਲ ਨਹੀਂ ਜੁੜਦਾ ਆ ਚੀਜ਼ ਕਵਰ ਹੋ ਗਈ ਨੈਕਸਟ ਹੁਣ ਆ ਜਾਂਦਾ ਆਪਣੇ ਕੋਲੇ ਕੰਟੀਨਿਊਅਸ ਤਾਂ ਕੰਟੀਨਿਊਅਸ 'ਚ ਕੀ ਫਰਕ ਹੈ ਇਹਦੇ ਨਾਲੋਂ ਆਈਸੀ ਲੱਗ ਜਾਏਗਾ ਇਸ ਐਮਆਰ ਲੱਗ ਜਾਊਗਾ ਤੇ ਆਈਐਨਜੀ ਲੱਗ ਜਾਊਗਾ ਤਾਂ ਇਹਦੇ ਵਿੱਚ ਕੀ ਹੋਊਗਾ ਸਿਰਫ ਆ ਇੰਨੀ ਕੁ ਚੀਜ਼ ਦਾ ਫਰਕ ਆਉਂਦਾ ਹੈ ਸਬਜੈਕਟ ਪਲੱਸ ਇਹਦੇ ਨਾਲ ਇਸ ਐਮਆਰ ਲੱਗ ਜਾਊਗਾ ਪਲੱਸ ਕੰਟੀਨਿਊਅਸ ਦੀ ਹਮੇਸ਼ਾ ਜੇ ਆ ਰਿਹਾ ਹੈ ਨਾ ਤੇ ਇਹਨੂੰ ਮੰਨ ਲਓ ਕਿ ਰਿਹਾ ਨੂੰ ਇੰਗਲਿਸ਼ ਚ ਆਪਾਂ ਵਰਬ ਦੀ ਫਰਸਟ ਫਾਰਮ ਪਲੱਸ ਆਈਐਨਜੀ ਨਾਲ ਸਪੈਸੀਫਾਈ ਕਰਦੇ ਇਹ ਚੀਜ਼ ਮੈਨੂੰ ਯਾਦ ਹੋਣੀ ਚਾਹੀਦੀ ਇਹ ਵਰਬ ਦੀ ਫਰਸਟ ਫਾਰਮ ਨਾਲ ਆਈਐਨਜੀ ਹਮੇਸ਼ਾ ਲੱਗੂਗਾ ਸਬਜੈਕਟ ਪਲੱਸ ਇਸ ਐਮਆਰ ਪਲੱਸ ਵਰਬ ਦੀ ਫਰਸਟ ਫਾਰਮ ਨਾਲ ਆਈਐਨਜੀ ਪਲੱਸ ਆਬਜੈਕਟ ਇਹਦਾ ਰੂਲ ਆ ਗਿਆ ਇਹਦੀਆਂ ਲਾਈਨਸ ਜ਼ਿਆਦਾਤਰ ਬੱਚਿਆਂ ਨੂੰ ਆਉਂਦੀਆਂ ਹੀ ਹੁੰਦੀਆਂ ਠੀਕ ਹੈ ਬਚਪਨ ਤੋਂ ਹੀ ਇਹੀ ਸਟਾਰਟ ਹੁੰਦਾ ਸਭ ਤੋਂ ਪਹਿਲਾਂ ਤੇ ਵੀ ਕੈਨ ਇਵਨ ਚੇਂਜ ਥੀਸ ਵਨਸ ਇਨਟੂ ਦ ਕੰਟੀਨਿਊਅਸ ਤੇ ਇੱਥੇ ਕੀ ਆ ਜਾਊਗਾ ਇਹਦਾ ਮਤਲਬ ਕੀ ਹੈ ਕਿ ਉਹ ਕੰਮ ਇਸ ਵੇਲੇ ਵੀ ਹੋ ਰਿਹਾ ਠੀਕ ਹੈ ਤੇ ਇੱਥੇ ਮੈਂ ਕਹਿੰਦਾ ਕਿ ਮੈਂ ਇੰਗਲਿਸ਼ ਸਿੱਖਣ ਲਈ ਸਕੂਲ ਜਾਣਾ ਤਾਂ ਮੇਰਾ ਰੂਟੀਨ ਵਰਕ ਹੋ ਗਿਆ ਮੇਰੀ ਹੈਬਿਟ ਹੋ ਗਈ ਕਿ ਮੈਂ ਰੋਜ਼ ਹੀ ਜਾਂਦਾ ਠੀਕ ਹੈ
ਜੇ ਮੈਂ ਕਹਾਂ ਕਿ ਮੈਂ ਇੰਗਲਿਸ਼ ਸਿੱਖਣ ਲਈ ਸਕੂਲ ਜਾ ਰਿਹਾ ਹਾਂ, ਉਹਦਾ ਮਤਲਬ ਕੀ ਹੈ ਕਿ ਮੈਂ ਹਲੇ ਰਸਤੇ ਦੇ ਵਿੱਚ, ਠੀਕ ਹੈ। ਤਾਂ ਇਦਾਂ ਬਣ ਜਾਊਗਾ ਕਿ I am going to school for learning English। ਆ ਜਿਹੜਾ ਲਰਨਿੰਗ ਦੇ ਨਾਲ ing ਲੱਗਿਆ ਹੈ, ਇਹਦਾ ਕਿਸੇ ਨਾਲ ਕੋਈ ਟੈਂਸ ਵਗੈਰਾ ਨਾਲ ਲੈਣਾ ਦੇਣਾ ਨਹੀਂ ਹੈ। ਉਹ ਫॉर ਤੋਂ ਬਾਅਦ ਨਾਰਮਲੀ ਜੀਰਡ ਫਾਰਮ ਹੀ ਲੱਗਦੀ ਹੈ। ਜਿੰਨਾ ਟਾਈਮ ਇੱਥੇ ਨਾਉਨ ਨਹੀਂ ਆਊਗਾ, ਵਰਬ ਆਊਗਾ, ਤਾਂ ਫॉर ਤੋਂ ਬਾਅਦ ਜਿਹੜਾ ਵਰਬ ਲੱਗਿਆ ਉਹਦੇ ਨਾਲ ing ਲੱਗਣਾ ਹੀ ਲੱਗਣਾ, ਠੀਕ ਹੈ। I am going to my friend's house for playing, ਜਾਂ I am going to my friend's house to play, ਠੀਕ ਹੈ। ਜੇ ਮੈਂ ਕਹਾਂ ਕਿ ਮੈਂ ਪ੍ਰੈਕਟਿਸ ਕਰਨ ਚੱਲਿਆ ਤਾਂ ਪ੍ਰੈਕਟਿਸ ਇੱਕ ਨਾਉਨ ਆ ਗਿਆ, ਠੀਕ ਹੈ। ਜੇ ਮੈਂ ਉਹਨੂੰ ਪ੍ਰੈਕਟਿਸ ਵਾਂਗੂ ਕਹਿਣਾ ਤਾਂ I am going to school for practice, ਪ੍ਰੈਕਟਿਸ ਕਰਨ ਲਈ, ਤਾਂ ਪ੍ਰੈਕਟਿਸ ਮੇਰਾ ਇੱਕ ਨਾਉਨ ਆ ਗਿਆ। ਜੇ ਮੈਂ ਉਸੇ ਪ੍ਰੈਕਟਿਸ ਨੂੰ ਵਰਬ ਬੋਲ ਦਵਾਂ ਕਿ ਮੈਂ ਪ੍ਰੈਕਟਿਸ ਕਰਨ ਲਈ ਚੱਲਿਆ, ਤਾਂ ਫਿਰ ਉਹ ਫॉर ਪ੍ਰੈਕਟਿਸਿੰਗ ਹੀ ਆਊ, ਠੀਕ ਹੈ। ਉਸ ਤੋਂ ਅੱਗੇ nowadays people completely depend on technology, ਤੇ ਇੱਥੇ ਕੀ ਹੋਊਗਾ, people ਇੱਥੇ ਆ ਜਾਊਗਾ are depending on technology, ਠੀਕ ਹੈ। ਓਕੇ, ਤਾਂ ਨਾਰਮਲੀ ਕੀ ਹੁੰਦਾ ਹੈ, ਰਾਈਟਿੰਗ ਟਾਸਕ ਦੇ ਵਿੱਚ ਆਪਾਂ ਇਹਨਾਂ ਨੂੰ ਘੱਟ ਹੀ ਯੂਜ਼ ਕਰਦੇ, ਕਿਉਂਕਿ ਇਹਨਾਂ ਦੀ ਕੋਈ ਵੈਲਿਊ ਨਹੀਂ ਨਿਕਲਦੀ, ਇੰਨੇ ਕੋਈ ਖਾਸ ਕੰਟੀਨਿਊਸ ਟੈਂਸਸ ਕੋਈ ਖਾਸ ਨਹੀਂ ਹੁੰਦੇ। ਈਵਨ ਜਿਹੜੇ ਆਪਣੇ ਬਜ਼ੁਰਗ ਆਉਂਦੇ ਆ ਨਾ ਕਈ ਵਾਰ ਜਨਰਲ ਦਾ ਟੈਸਟ ਦੇਣ ਲਈ, ਮਤਲਬ ਜਿਨ੍ਹਾਂ ਨੇ ਕਿਤੇ PR ਲਈ ਅਪਲਾਈ ਕਰਨਾ ਹੋਵੇ ਜਾਂ ਕੁਝ ਵੀ ਕਰਨਾ ਹੋਵੇ, ਆਪਣੇ ਕੋਲ ਇੱਕ ਆਏ ਸੀ ਅੰਕਲ ਜਿਹੜੇ ਦੁਬਈ ਤੋਂ ਟਰੱਕ ਡਰਾਈਵਿੰਗ ਕਰਕੇ ਆਏ ਸੀ, ਤਾਂ ਉਹ ਕੀ ਕਰਦੇ ਆ, ਕੰਟੀਨਿਊਸ ਉਹਨਾਂ ਨੂੰ ਵੀ ਆਉਂਦਾ ਹੁੰਦਾ। ਰੀਜ਼ਨ ਕੀ ਹੈ ਕਿ ਬਚਪਨ 'ਚ ਹੀ ਆਪਾਂ ਸਭ ਤੋਂ ਪਹਿਲਾਂ ਇਹ ਨਹੀਂ ਸਿੱਖਦੇ, ਠੀਕ। ਤਾਂ ਇਸ ਕਰਕੇ ਇਹਦੀ ਕੋਈ ਇੰਨੀ ਖਾਸ ਵੈਲਿਊ ਨਹੀਂ ਹੁੰਦੀ, ਤੇ ਨਾਲੇ ਰਾਈਟਿੰਗ ਦੇ ਵਿੱਚ ਕੋਈ ਲੌਜਿਕ ਨਹੀਂ ਨਿਕਲਦਾ ਜੇ ਮੈਂ ਉਹਨੂੰ ਕੰਟੀਨਿਊਸ 'ਚ ਯੂਜ਼ ਕਰਦਾ, ਠੀਕ ਹੈ। ਤਾਂ ਉਹਦੇ ਨਾਲੋਂ ਆਹ ਚੀਜ਼ ਹੁੰਦੀ ਕਿ ਲੋਕ ਕਰਦੇ ਹਨ ਹਾਂ, ਪਰ ਕੁਝ ਲਾਈਨਸ ਹੁੰਦੀਆਂ ਜਿਵੇਂ ਆਪਾਂ ਕਹਿ ਦਈਏ ਕਿ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਤਰੱਕੀ ਕਰ ਰਹੀ ਹੈ, ਠੀਕ ਹੈ, ਜਾਂ ਅੱਜ ਕੱਲ੍ਹ ਪੋਲਿਊਸ਼ਨ ਬਹੁਤ ਵੱਧ ਰਿਹਾ ਹੈ, ਉੱਦਾਂ ਦੀਆਂ ਲਾਈਨਸ ਜਿਹੜੀਆਂ ਹੁੰਦੀਆਂ ਉਹ ਆ ਜਾਂਦੀਆਂ। ਇਹ ਤਾਂ ਬਹੁਤ ਕਾਮਨ ਹੈ ਕਿ ਪੋਲਿਊਸ਼ਨ is increasing day by day, ਠੀਕ ਹੈ। ਬਟ ਮੈਂ ਇਹਨੂੰ ਵੀ ਪ੍ਰੈਫਰ ਨਹੀਂ ਕਰਦਾ, ਇਹ ਵੀ ਕੋਈ ਖਾਸ ਉਹ ਨਹੀਂ ਹੈਗੀ। ਇਹਦੇ ਨਾਲੋਂ ਚੰਗਾ ਜਿਹੜੀ ਮੈਂ ਉਦੋਂ ਲਿਖੀ ਸੀ there is an unprecedented increase ਜਾਂ there has been an unprecedented increase in the pollution, ਉਹ ਜ਼ਿਆਦਾ ਵਧੀਆ ਲੱਗਦੀ ਹੈ, ਠੀਕ ਹੈ। ਉਹ ਪਰਫੈਕਟ ਦੇ ਵਿੱਚ ਆ ਜਾਂਦੀ ਹੈ, ਤੇ ਨਾਲੇ ਉਹਦੇ ਵਿੱਚ ਕੁਝ ਵੋਕੈਬਲਰੀ ਵਰਡਸ ਆ ਜਾਂਦੇ। Population is increasing day by day, health is deteriorating day by day, ਉਹ ਇਦਾਂ ਦੀਆਂ ਲਾਈਨਸ ਲੱਗਦੇ ਜਾਂਦੀਆਂ। You can use them when you are speaking, but they are not used very often, ਠੀਕ ਹੈ। ਕਿ ਉਹਨਾਂ ਨੂੰ ਲਗਾਤਾਰ ਯੂਜ਼ ਕਰਨ ਦਾ ਜਾਂ ਰਾਈਟਿੰਗ ਟਾਸਕ ਦੇ ਵਿੱਚ ਜ਼ਿਆਦਾ ਯੂਜ਼ ਕਰਨ ਦਾ ਕੋਈ ਇੰਨਾ ਫਾਇਦਾ ਨਹੀਂ ਨਿਕਲਦਾ। ਇਹਦਾ ਵੀ ਪਤਾ ਲੱਗਦਾ, ਮਤਲਬ ਇਹਦੇ 'ਚ ਤਾਂ ਕੁਝ ਖਾਸ ਇੰਨਾ ਜ਼ਿਆਦਾ ਸਮਝਾਉਣ ਵਾਲਾ ਨਹੀਂ ਹੈਗਾ ਸੀ। ਦ ਨੈਕਸਟ ਵਨ, ਇਹ ਆਪਾਂ ਵੈਸੇ ਕਰ ਹੀ ਲਿਆ ਸੀ ਆਲਰੇਡੀ। ਇਹਦੇ ਵਿੱਚ ਕੀ ਹੁੰਦਾ ਹੈ, ਸਬਜੈਕਟ ਹੈਜ਼ ਹੈਵ plus verb ਦੀ third form plus object। ਤਾਂ ਇਹਦੇ ਵਿੱਚ ਕੀ ਹੈ, ਜਿੱਥੇ ਚੁੱਕਾ ਹੈ ਮੰਨ ਲਓ ਕਿ ਉਹਦਾ ਮਤਲਬ ਕੀ ਹੈ, has ਹੈ। ਜਿਵੇਂ ਰਿਹਾ ਦੇ ਲਈ ਆਪਾਂ ਯਾਦ ਕਰਦੇ ਪਏ ਹਾਂ ਕਿ ਰਿਹਾ ਦੇ ਲਈ verb ਦੀ ਫਸਟ ਫਾਰਮ ਨਾਲ ing ਲੱਗਦਾ ਹੈ, ਤਾਂ ਚੁੱਕਾ ਦਾ ਮਤਲਬ ਕੀ ਹੋ ਗਿਆ ਕਿ has have ਦੇ ਨਾਲ verb ਦੀ ਥਰਡ ਫਾਰਮ ਲੱਗ ਜੂਗੀ ਹਮੇਸ਼ਾ, ਠੀਕ ਹੈ। ਤਾਂ ਮੈਂ ਸਕੂਲ ਪਹੁੰਚ ਚੁੱਕਾ ਹਾਂ, ਤਾਂ ਉਹਦੇ ਵਿੱਚ ਕੀ ਆਊਗਾ, I have reached school। ਤਾਂ ਰਾਈਟਿੰਗ ਟਾਸਕ 2 ਦਾ ਇੰਟਰੋਡਕਸ਼ਨ ਜਦੋਂ ਸਟਾਰਟ ਕਰਨਾ ਹੁੰਦਾ, ਉਹਦੇ 'ਚ ਕੋਈ ਨਾ ਕੋਈ ਇਦਾਂ ਦੀ ਲਾਈਨ ਬਣਾਇਆ ਕਰੋ ਜਿਹੜੀ ਵਾਕਈ ਇਹਦੇ 'ਚ ਗੱਲਬਾਤ ਰੱਖਦੀ ਹੋਵੇ। ਪਰਫੈਕਟ ਟੈਂਸਸ ਦੇ ਵਿੱਚ ਮਤਲਬ ਮੈਂ ਜਦੋਂ ਨੋਟਬੁੱਕਸ ਚੈੱਕ ਕਰਦਾ ਹਾਂ ਤਾਂ ਬਹੁਤ ਥੋੜੇ ਬੱਚਿਆਂ ਦਾ ਨਿਕਲਦਾ ਪਰਫੈਕਟ, ਠੀਕ ਹੈ। ਮਤਲਬ ਇਹ ਤਾਂ ਬਹੁਤ ਰੇਅਰ ਚੀਜ਼ਾਂ ਜਦੋਂ ਲਿਖਣ ਲੱਗ ਜਾਓਗੇ ਤਾਂ ਉਦੋਂ ਮਤਲਬ ਤੁਹਾਡੀ ਰਾਈਟਿੰਗ ਇੰਪਰੂਵ ਹੋ ਜਾਊਗੀ, ਠੀਕ ਹੈ। ਉਸੇ ਹੀ ਤਰ੍ਹਾਂ ਕੁਝ ਵੀ ਲਿਖੀ ਜਾਓ, ਜਿਵੇਂ ਉਹੀ ਲਿਖਿਆ ਹੁੰਦਾ, ਚਲੋ ਪੈਸਿਵ 'ਚ ਹੋ ਗਿਆ। ਟੈਕਨੋਲੋਜੀ ਹੈਜ਼ ਡਿਵੈਲਪਡ ਜਾਂ ਟੈਕਨੋਲੋਜੀ ਹੈਜ਼ ਫੈਸਿਲਿਟੇਟਡ a lot of human work, ਕਿ ਕਾਫੀ ਸਾਰਾ ਇਨਸਾਨਾਂ ਦਾ ਕੰਮ ਹੈ ਜਿਹੜਾ ਉਹ ਟੈਕਨੋਲੋਜੀ ਨੇ ਫੈਸਿਲਿਟੇਟ ਕਰਤਾ। ਫੈਸਿਲਿਟੇਟ ਦਾ ਮਤਲਬ ਆਸਾਨ ਕਰ ਦਿੱਤਾ, ਠੀਕ ਹੈ। ਫੈਸਿਲਿਟੇਟ ਦਾ ਮਤਲਬ ਹੁੰਦਾ ਹੈ ਹੈਲਪ ਕਰਨਾ। ਟੈਕਨੋਲੋਜੀ ਹੈਜ਼ ਫੈਸਿਲਿਟੇਟਡ ਅ ਲੋਟ ਆਫ ਹਿਊਮਨ ਵਰਕ, ਉਹ ਬਹੁਤ ਸਾਰੇ ਹਿਊਮਨ ਵਰਕ ਨੂੰ ਫੈਸਿਲਿਟੇਟ ਕਰਤਾ ਹੈ। ਹੁਣ ਇੱਥੇ ਹੈਜ਼ ਕਿੱਥੇ ਆਉਂਦਾ,
ਸਿੰਗੂਲਰ ਦੇ ਲਈ ਜਿਹੜੀ ਆਪਣੀ ਸੇਮ ਐਸ ਔਰ ਈ ਐਸ ਵਾਲੀ ਕੰਡੀਸ਼ਨ ਸੀਗੀ ਉਹੀ ਸੇਮ ਉਹਦੇ ਵਿੱਚ ਜਾਂਦੀ ਪਈ ਹੈ ਤੇ ਹੈਵ ਆਈ ਵੀ ਯੂ ਦੇ ਨਾਲ ਦੇ ਨਾਲ ਪਲੱਸ ਜਿੰਨੇ ਵੀ ਆਪਣੇ ਪਲੂਰਲ ਸਬਜੈਕਟਸ ਆਉਂਦੇ ਨੇ ਉਹਨਾਂ ਦੇ ਠੀਕ ਹੈ। ਅਸੀਂ ਲੈਕਚਰ ਅਟੈਂਡ ਕਰ ਚੁੱਕੇ ਹਾਂ ਤਾਂ ਵੀ ਹੈਵ ਅਟੈਂਡਡ ਦਾ ਲੈਕਚਰ ਠੀਕ ਹੈ। ਇਦਾਂ ਹੀ ਕਰਿਆ ਕਰੋ ਸ਼ਾਮ ਨੂੰ ਅੱਜ ਬਹਿ ਗਏ ਜੇ ਠੀਕ ਹੈ ਚਲੋ ਇਹ ਪ੍ਰੈਜ਼ੈਂਟ ਦਾ ਤਾਂ ਜਿਹੜੀਆਂ ਤੁਹਾਡੀਆਂ ਰੋਜ਼ ਦੀਆਂ ਆਦਤਾਂ ਹੈ ਜਿਹੜਾ ਕੰਮ ਤੁਸੀਂ ਅੱਜ ਨਿਪਟਾਇਆ ਉਹ ਸਾਰਾ ਇੱਕ ਵਾਰ ਰਾਤ ਨੂੰ ਬੋਲ ਕੇ ਦੇਖ ਲਓ ਠੀਕ ਹੈ। ਜੇ ਪੁਰਾਣਾ ਪੂਰਾ ਦੁਹਰਾਉਂਦੇ ਵੀ ਹੋ ਤਾਂ ਪਾਸਟ ਬੋਲ ਕੇ ਦੇਖੋ ਸਾਰਾ ਠੀਕ ਹੈ। ਫਿਰ ਸੌਣ ਤੋਂ ਪਹਿਲਾਂ ਵੀ ਬੋਲ ਕੇ ਦੇਖੋ ਕਿ ਕੱਲ ਆਉਣ ਵਾਲੇ ਟਾਈਮ ਕੀ ਹੈ ਠੀਕ ਹੈ। ਮੈਂ ਕੱਲ ਜਲਦੀ ਉਠਾਂਗਾ ਆਈ ਵਿਲ ਗੈਟ ਅਪ अर्ਲੀ ਟੁਮਾਰੋ ਮੈਂ ਕੱਲ ਸਕੂਲ ਜਾਵਾਂਗਾ ਆਈ ਵਿਲ ਗੋ ਟੂ ਦ ਸਕੂਲ ਟੁਮਾਰੋ ਠੀਕ ਹੈ। ਜੇ ਕੋਈ ਪਲਾਨ ਹੁੰਦਾ ਨਾ ਬਸ ਉਹਨੂੰ ਧਿਆਨ ਰੱਖਿਓ ਚਲੋ ਇੱਕ ਐਕਸੈਪਸ਼ਨ ਆ ਗਈ ਫਿਰ ਜੇ ਤੁਹਾਡਾ ਕੋਈ ਪਲਾਨ ਹੈ ਨਾ ਤਾਂ ਉਹ ਜਿਹੜਾ ਉਹ ਕੰਟੀਨਿਊਸ ਦੇ ਵਿੱਚ ਬੋਲਿਆ ਜਾਊਗਾ ਉਹ ਵੀ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ। ਜੇ ਤੁਸੀਂ ਪਲਾਨ ਬਣਾਇਆ ਹੈ ਨਾ ਕਿ ਤੁਸੀਂ ਕੱਲ ਮੂਵੀ ਦੇਖਣ ਜਾਓਗੇ ਤਾਂ ਤੁਸੀਂ ਇਹ ਨਹੀਂ ਕਹਿਣਾ ਆਈ ਵਿਲ ਗੋ ਟੂ ਵਾਚ ਅ ਮੂਵੀ। ਜੇ ਪਲਾਨ ਹੋਵੇ ਤਾਂ ਪਲਾਨ ਆਪਣਾ ਕੰਟੀਨਿਊਸ ਦੇ ਵਿੱਚ ਆਉਂਦਾ ਹੈ ਮੈਂ ਕੱਲ ਮੂਵੀ ਦੇਖਣ ਜਾ ਰਿਹਾ ਹਾਂ ਠੀਕ ਹੈ। ਤਾਂ ਮੈਂ ਕੱਲ ਮੂਵੀ ਦੇਖਣ ਜਾ ਰਿਹਾ ਹਾਂ ਤਾਂ ਪਲਾਨਸ ਆਰ ਜਨਰਲੀ expressed in present continuous. I am going to watch a movie tomorrow. Yeah, I am going for a movie tomorrow. ठीक है? Going for a movie तो बहुत common ही है वर्ड. ठीक है? ਇਹਦੀ ਇੱਕ ਲਾਈਨ ਹੋਰ ਜਿਵੇਂ ਰੋਬੋਟਸ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਜਿੱਥੇ ਕਿਤੇ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਰੋਬੋਟਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਕਿਤੇ ਆ ਟੈਕਨੋਲੋਜੀ ਜਿਹੜੀ ਬਹੁਤ ਡਿਵੈਲਪਡ ਵਾਲੀ ਹੈ ਮੋਬਾਈਲ ਫੋਨਸ ਜਾਂ ਕੁਝ ਵੀ ਇਦਾਂ ਦਾ ਉਹਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਲਿਖ ਸਕਦੇ ਹਾਂ। ਆਰਟੀਫੀਸ਼ੀਅਲ ਇੰਟੈਲੀਜੈਂਸ ਹੈਜ਼ ਓਵਰਟੇਕਨ a lot of sectors demanding human work। ਤਾਂ ਹੁਣ ਆ ਐਕਸਟਰਾ ਚ ਲਾਈਨ ਬਣ ਗਈ ਹੁਣ ਇੱਥੇ ਇੱਕ ਦੋ ਚੀਜ਼ਾਂ ਹੋਰ ਸਿੱਖਣ ਨੂੰ ਮਿਲਣਗੀਆਂ। ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਜ਼ ਓਵਰਟੇਕਨ a lot of sectors। आर्टिफिशियल इंटेलिजेंस या रोबोट्स मेरा की बन गया सब्जेक्ट बन गए ठीक है। उस तो बाद हैज लग गया वर्ब की थर्ड फॉर्म लग गई ओवरटेकन ठीक है। आ मेरा ऑब्जेक्ट आ गया लॉट ऑफ सेक्टर्स डिमांडिंग ह्यूमन वर्क। ਇਹਦੇ ਚ डिमांडिंग की है ਇਹਦੇ ਚ डिमांडिंग की है ਇਹ एडजेक्टिव है या एडवर्ब है। एडजेक्टिव क्यों है ਨਾਮ ਨੂੰ ਸਪੈਸੀਫਾਈ ਨਾਮ ਨੂੰ ਸਪੈਸੀਫਾਈ ਕਰਦਾ ਪਿਆ। ਜਿਹੜੇ ਬੱਚੇ ਕਹਿੰਦੇ ਪਏ ਕਿ ਐਡਜੈਕਟਿਵ ਹੈ ਉਹ ਸਹੀ ਹੈ ਜਿਹੜੇ ਬੱਚੇ ਇੱਥੇ ਕਹਿੰਦੇ ਪਏ ਕਿ ਉਹ ਐਡਵਰਬ ਹੈ ਇੱਥੇ ਉਹ ਗਲਤ ਹੈ ਕਿਉਂਕਿ ਆ ਜਿਹੜਾ ਡਿਮਾਂਡਿੰਗ ਹੈ ਕੀ ਦੱਸਦਾ ਪਿਆ ਇਹ ਉਹਨਾਂ ਸੈਕਟਰਸ ਬਾਰੇ ਦੱਸਦਾ ਪਿਆ ਕਿ ਜਿਹੜੇ ਸੈਕਟਰਸ ਦੇ ਵਿੱਚ ਲੋੜ ਹੁੰਦੀ ਸੀਗੀ ਹਿਊਮਨ ਵਰਕ ਦੀ ਤੇ ਕਿਹਨੂੰ ਸਪੈਸੀਫਾਈ ਕਰਦਾ ਪਿਆ ਆਪਣੇ ਨਾਮ ਨੂੰ ਸਪੈਸੀਫਾਈ ਕਰਦਾ ਪਿਆ ਠੀਕ ਹੈ ਕਿ ਉਹ ਸੈਕਟਰਸ ਜਿਨ੍ਹਾਂ ਦੇ ਵਿੱਚ ਹਿਊਮਨ ਵਰਕ ਦੀ ਲੋੜ ਹੁੰਦੀ ਸੀ ਤੇ ਉਹ ਸੈਕਟਰ ਨੂੰ ਸਪੈਸੀਫਾਈ ਕਰਦਾ ਪਿਆ ਕਿ ਉਹਦੇ ਵਿੱਚ ਕਿੱਦਾਂ ਦੀ ਲੋੜ ਸੀਗੀ ਤੇ ਇਹ ਆਪਣਾ ਐਡਜੈਕਟਿਵ ਬਣਦਾ ਪਿਆ ਇਹ ਐਡਵਰਬ ਨਹੀਂ ਬਣਦਾ। ਪਰ ਇਹ ਹੁਣ ਸਪੈਸ਼ਲ ਕੇਸਿਸ ਬਣ ਗਏ ਫਰਦਰ। ਮੈਂ ਉਦੋਂ ਕੀ ਕਿਹਾ ਸੀ ਕਿ ਐਡਜੈਕਟਿਵ ਨਾਰਮਲੀ ਫਰੰਟ ਤੇ ਹੀ ਲੱਗੂਗਾ ਠੀਕ ਹੈ ਪਰ ਇਹ ਐਡਜੈਕਟਿਵ ਇੱਕ ਛੋਟੇ ਵਰਡ ਦੇ ਹਿਸਾਬ ਨਾਲ ਨਹੀਂ ਆਇਆ ਇਹ ਐਡਜੈਕਟਿਵ ਆ ਗਿਆ ਇੱਕ ਪੂਰਾ ਫਰੇਜ਼ ਬਣ ਕੇ ਇਸ ਕਰਕੇ ਉਹਦੇ ਨਾਲ ਲੱਗਿਆ ਕਿ ਉਹਨਾਂ ਸੈਕਟਰਸ ਦੇ ਵਿੱਚ ਜਿੱਥੇ ਲੋੜ ਹੈ ਇਨਸਾਨ ਦੇ ਠੀਕ ਹੈ। ਤੇ ਇਹੀ ਚੀਜ਼ਾਂ ਤੁਹਾਨੂੰ ਨੰਬਰ ਦਿਵਾਉਣਗੀਆਂ। ਨਾਰਮਲੀ ਜਿਹੜੇ ਬੱਚੇ ਇਦਾਂ ਦਾ ਲਿਖਣਾ ਸ਼ੁਰੂ ਕਰ ਦੇਣਗੇ ਉਹਨਾਂ ਦੀ ਗੱਲਬਾਤ ਬਣਨੀ ਸ਼ੁਰੂ ਹੋ ਜਾਣੀ ਠੀਕ ਹੈ। ਦਸ देयरफॉर ਲਾ ਕੇ ਗੱਲਾਂ ਜੁੜਨੀਆਂ ਸ਼ੁਰੂ ਹੋ ਜਾਂਦੀਆਂ। ਹੁਣ ਇਹਦੇ ਨਾਲ ਹੀ ਜੋੜ ਦੇਣਾ ਚਲੋ ਇੱਕ ਤੁਹਾਨੂੰ ਆ ਵੀ ਸਿਖਾ ਦੇਣਾ ਨਾਲ। ਤਾਂ ਇੰਟੈਲੀਜੈਂਸ ਹੈਜ਼ ਓਵਰਟੇਕਨ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਜ਼ ਓਵਰਟੇਕਨ ਅ ਲੋਟ ਆਫ ਸੈਕਟਰਸ ਡਿਮਾਂਡਿੰਗ ਹਿਊਮਨ ਵਰਕ। ਦਸ making majority of population unemployed।
ਜਾਂ thus leaving majority of population unemployed। ਤਾਂ ਹੁਣ ਇਹ ਇੱਕ ਕੰਪਲੀਟ ਸੈਂਟੈਂਸ ਬਣ ਗਿਆ, ਠੀਕ ਹੈ। ਤੇ ਮੇਰੇ ਕੰਪਲੀਟ ਸੈਂਟੈਂਸ ਦੇ ਵਿੱਚ ing ਫਾਰਮ ਵਾਲਾ ਇੱਕ ਆ ਵੀ ਆਉਂਦਾ ਪਿਆ, ਇੱਕ ਆ ਵੀ ਆਉਂਦਾ ਪਿਆ, ਜਦ ਕਿ ਇਹ ਦੋਨੋਂ ਕੰਟੀਨਿਊਅਸ ਯੂਜ਼ ਨਹੀਂ ਹੋਏ। ਤਾਂ ਮਤਲਬ ਗ੍ਰਾਮਰ ਨੂੰ ਜੇ ਆਪਾਂ ਧਿਆਨ ਨਾਲ ਕਰਨ ਬੈਠੀਏ ਤਾਂ ਇਹ 'ਚ ਬਹੁਤ ਡੀਪ ਚੀਜ਼ਾਂ ਨਿਕਲ ਜਾਣਗੀਆਂ, ਠੀਕ ਹੈ। ਮਤਲਬ ਆਪਾਂ ਡੇਲੀ ਲਾਈਫ ਦੇ ਵਿੱਚ ਕਈ ਵਾਰ ਉਹਨਾਂ ਨੂੰ ਧਿਆਨ ਵੀ ਨਹੀਂ ਦਿੰਦੇ ਕਿ ਆ ਇਦਾਂ ਹੁੰਦਾ, ਠੀਕ ਹੈ। ਹੁਣ ਆ ਕੀ ਹੈ, 10 ਦਾ ਮਤਲਬ ਕੀ ਹੁੰਦਾ ਹੈ? 10 ਦੀ ਜਗ੍ਹਾ ਤੇ ਮੈਂ ਹੋਰ ਕੀ ਲਿਖ ਸਕਦਾ ਸੀ? therefore, very good। ਉਸ ਤੋਂ ਇਲਾਵਾ that is why ਲਿਖ ਸਕਦਾ ਸੀ, ਉਸ ਤੋਂ ਇਲਾਵਾ so ਲਿਖ ਸਕਦਾ ਜਾਂ hence ਲਿਖ ਸਕਦਾ। that is why ਚਲੋ ਥੋੜਾ ਲੌਂਗ ਫਰੇਜ਼ ਹੋ ਗਿਆ। hence, therefore ਜਾਂ thus ਇਹ ਤੁਹਾਨੂੰ 4-5 ਦਿਨਾਂ ਤੱਕ ਜਦੋਂ ਕੰਪਲੈਕਸ ਲੈਟਰਸ ਇੱਕ ਵਾਰ ਦੁਬਾਰਾ ਕਰਵਾਉਂਗਾ ਉਹਦੇ ਵਿੱਚ ਫਿਰ ਇਹਨਾਂ ਦਾ ਜ਼ਿਕਰ ਹੋਊਗਾ। ਤਾਂ thus, therefore ਜਾਂ hence ਤੋਂ ਬਾਅਦ ਵੀ ਜਿਵੇਂ for ਤੋਂ ਬਾਅਦ ਇੱਥੇ ਦੁਬਾਰਾ ਆ ਜਾਓ, ਇੱਥੇ ਕਿਤੇ ਲਿਖਿਆ ਸੀ ਨਾ for, ਜਿੱਥੇ ਲਿਖਿਆ ਸੀ, ਹਾਂ for ਤੋਂ ਬਾਅਦ ਜਿੱਥੇ ਦੁਬਾਰਾ ਤੋਂ ing ਲੱਗਦਾ ਪਿਆ ਸੀ ਉਸੇ ਹੀ ਤਰ੍ਹਾਂ thus, therefore ਜਾਂ ਉਹਦੇ ਨਾਲ ਵੀ hence ਨਾਲ ਵੀ so ਨਾਲ ਵੀ ਡਾਇਰੈਕਟ ing ਵਾਲਾ ਲੱਗਦਾ, ਠੀਕ ਹੈ। ਬਟ ਉਹ ਇੱਕ ਰਿਜ਼ਲਟ ਵਾਂਗੂ ਲੱਗਦਾ ਹੈ। thus making, ਤਾਂ ਜਿਹੜਾ ਬੱਚਾ ਇਦਾਂ ਦਾ ਲਿਖਣ ਲੱਗ ਜਾਊਗਾ ਡੈਫੀਨੇਟਲੀ ਉਹਦਾ ਸਕੋਰ ਉੱਪਰ ਚੜਨਾ ਹੀ ਚੜਨਾ, ਠੀਕ ਹੈ। ਕਿਉਂਕਿ ਆਪ ਦੇਖ ਲਓ ਵੋਕੈਬਲਰੀ ਦੇਖੋ ਹੁਣ ਇੱਕੋ ਹੀ ਸੈਂਟੈਂਸ 'ਚ ਕਿੰਨੀ ਆਉਂਦੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ, ਠੀਕ ਹੈ, ਓਵਰਟੇਕਨ, ਸੈਕਟਰਸ ਵੀ ਚਲੋ ਆ ਗਏ, ਠੀਕ ਹੈ। ਡਿਮਾਂਡਿੰਗ ਆ ਗਿਆ, ਹਿਊਮਨ ਵਰਕ ਤਾਂ ਚਲੋ ਨਾਰਮਲ ਜੀ ਗੱਲ ਹੈ। ਫਿਰ ਮੇਰਾ ਕੰਪਲੈਕਸ ਆ ਗਿਆ thus, therefore, so, hence ਜਾਂ ਇਹਨਾਂ ਚੋਂ ਕੋਈ ਵੀ। ਫਿਰ ਉਸ ਤੋਂ ਬਾਅਦ ਕੀ ਆਉਂਦਾ ਹੈ, ਜਿਵੇਂ ਲੀਵਿੰਗ ਲਿਖਦਾ ਪਿਆ, ਲੀਵਿੰਗ ਮੀਨਸ ਮੈਜੋਰਿਟੀ ਆਫ ਪੋਪੂਲੇਸ਼ਨ ਅਨਐਮਪਲੋਇਡ ਹੈ। ਲੀਵਿੰਗ ਯੂਜ਼ ਕਰਨਾ ਬਹੁਤ ਵਧੀਆ ਚੀਜ਼ ਸੀ ਕਿ ਉਹਨੇ ਬਹੁਤ ਸਾਰੇ ਮਤਲਬ ਉਹਨੂੰ ਪੋਪੂਲੇਸ਼ਨ ਨੂੰ ਅਨਐਮਪਲੋਏ ਕਰਕੇ ਛੱਡਤਾ, ਠੀਕ ਹੈ। ਤਾਂ ਇਹ ਜਿਹੜਾ ਮੇਰਾ ਵਰਬ ਬਣਿਆ ਬਟ ਉਹ 10 ਤੋਂ ਬਾਅਦ ਜੁੜਦਾ ਵੇ, ਇਸ ਕਰਕੇ ing ਨਾਲ ਲੱਗਿਆ, ਠੀਕ ਹੈ। ਤਾਂ ਆ ਮੇਰੀ ਯੂਜ਼ੇਜ ਕਾਊਂਟ ਹੋ ਚੁੱਕੀ ਕਿ ਬੜੀ ਵਧੀਆ ਕੀਤੀ ਹੈ। ਮੈਜੋਰਿਟੀ ਨੂੰ ਵੀ ਉਹ ਕਾਊਂਟ ਕਰੂਗਾ ਜੇ ਮੈਂ ਪਹਿਲੀ ਵਾਰ ਲਿਖਦਾ ਪਿਆ, ਠੀਕ ਹੈ, ਉਹ ਕਾਊਂਟ ਕਰੂਗਾ ਹੀ। ਪੋਪੂਲੇਸ਼ਨ ਚਲੋ ਜ਼ਿਆਦਾ ਵਧੀਆ ਨਹੀਂ ਹੈ, ਅਨਐਮਪਲੋਇਡ ਵੀ ਆਇਆ। ਹੁਣ ਇਹਦੇ ਵਿੱਚ ਅਨਐਮਪਲੋਇਡ ਕੀ ਹੈ? ਅਨਐਮਪਲੋਇਡ ਕੀ ਹੈ? ਐਡਵਰਬ ਹੈ, ਐਡਜੈਕਟਿਵ ਹੈ? ਕਿਉਂ? ਪੋਪੂਲੇਸ਼ਨ ਕੀ ਹੈ? ਨਾउन ਹੈ। ਵੈਰੀ ਗੁੱਡ। ਤਾਂ ਇਹ ਹੁਣ ਅਨਐਮਪਲੋਇਡ ਜਿਹੜਾ ਹੈਗਾ ਉਹ ਕਿਹਦੀ ਕੁਆਲਿਟੀ ਦੱਸਦਾ ਪਿਆ? ਉਹ ਪੋਪੂਲੇਸ਼ਨ ਦੀ ਕੁਆਲਿਟੀ ਦੱਸਦਾ ਕਿ ਪੋਪੂਲੇਸ਼ਨ ਕੀ ਹੋ ਜੂਗੀ? ਅਨਐਮਪਲੋਇਡ, ਠੀਕ ਹੈ। ਮਤਲਬ ਉਹਨਾਂ ਨੂੰ ਨੌਕਰੀ ਚਲੀ ਜਾਣੀ ਉਹਨਾਂ ਦੀ। ਤਾਂ ਇਹ ਜਿਹੜੀ ਹੈ ਪੋਪੂਲੇਸ਼ਨ ਦੀ ਕੁਆਲਿਟੀ ਆ ਗਈ। ਪੋਪੂਲੇਸ਼ਨ ਆਪਣਾ ਕੀ ਹੈ? ਨਾउन ਹੈ। ਤਾਂ ਨਾउन ਦੀ ਕੁਆਲਿਟੀ ਦੱਸਣ ਵਾਲੇ ਨੂੰ ਕੀ ਕਹਿੰਦੇ? ਐਡਜੈਕਟਿਵ। ਹੁਣ ਆਪ ਦੇਖ ਲਓ ਕਿ ਵੋਕੈਬਲਰੀ ਕਿੰਨੀ ਧੱਕੇ ਨਾਲ ਹੀ ਆਉਂਦੀ ਪਈ ਹੈ। ਆਹ ਵਾਲਾ ਵੀ ਧੱਕੇ ਨਾਲ ਹੀ ਜੁੜਿਆ ਹੈ, ਲੋੜ ਨਹੀਂ ਸੀ ਹੈਗੀ ਇਹਨੂੰ ਜੋੜਨ ਦੀ, ਠੀਕ ਹੈ। ਮਤਲਬ ਸਿੱਧਾ ਵੀ ਲਿਖ ਸਕਦੇ ਕਿ ਬਹੁਤ ਸਾਰੇ ਸੈਕਟਰਸ ਦਾ ਕੰਮ ਓਵਰਟੇਕ ਕਰਦਾ, ਬਟ ਆਹ ਧੱਕੇ ਨਾਲ ਜੋੜਿਆ ਹੈ ਕਿ ਜਿਹੜਾ ਹਿਊਮਨ ਵਰਕ ਨੂੰ ਡਿਮਾਂਡ ਕਰਦਾ ਹੈ। ਇਹ ਜੁੜਿਆ ਐਕਸਟਰਾ 'ਚ। ਫਿਰ 10 ਦੇ ਨਾਲ ਚਲੋ ਕੰਪਲੈਕਸ ਬਣ ਗਿਆ। ਰਿਜ਼ਲਟ ਦੇਣਾ ਸੀਗਾ ਮੈਂ, ਇਦਾਂ ਹੀ ਰਾਈਟਿੰਗ ਦੇ ਵਿੱਚ ਤੁਹਾਡੇ ਰਿਜ਼ਲਟ ਆਉਂਦੇ ਆ ਜਦੋਂ ਤੁਸੀਂ ਇੱਕੋ ਹੀ ਲਾਈਨ ਦੇ ਵਿੱਚ ਆਪਣਾ ਆਈਡੀਆ ਸਪੈਸੀਫਾਈ ਕਰਕੇ ਤੇ ਉਹਦਾ ਰਿਜ਼ਲਟ ਵੀ ਕੱਢਣਾ ਤਾਂ ਇਦਾਂ ਨਿਕਲ ਜਾਣਾ, ਠੀਕ ਹੈ। ਉਹ ਲਾਈਨ ਵੀ ਛੋਟੀ ਰਹੂਗੀ, ਮਤਲਬ 3 ਸੈਂਟੈਂਸਸ ਦੇ ਵਿੱਚ ਇਹਨੂੰ ਲਿਖ ਕੇ ਦੇਖੋਗੇ ਤਾਂ ਤੁਹਾਡੀ ਕਾਪੀ ਦੀਆਂ 3 ਲਾਈਨਸ ਕਵਰ ਕਰੂਗਾ ਇਹ, ਬਟ ਇੱਕ ਕੰਪਲੀਟ ਸੈਂਟੈਂਸ ਹੈ ਵਿਦ ਉਹਦਾ ਕੌਜ਼ ਪਲੱਸ ਉਹਦਾ ਰਿਜ਼ਲਟ। ਤੇ ਜਿਹੜਾ ਇੰਨੇ ਕੁ ਪ੍ਰੋਪਰ ਤਰੀਕੇ ਦੇ ਨਾਲ ਇੱਕੋ ਲਾਈਨ ਦੇ ਵਿੱਚ ਸਾਰੀ ਗੱਲ ਨੂੰ ਨਿਪਟਾ ਜਾਊਗਾ, ਡੈਫੀਨੇਟਲੀ ਦ ਚਾਈਲਡ ਵਿਲ ਹੈਵ ਐਨ ਐਕਸਟਰਾ ਚਾਂਸ ਆਫ ਗੈਟਿੰਗ ਗੁੱਡ ਸਕੋਰ। ਉਹਦਾ ਰੀਜ਼ਨ ਕੀ ਹੈ? ਇੱਕ ਤਾਂ ਉਹਨੇ ਬਹੁਤ ਇੱਕ ਟੌਪਿਕ ਜਿਹੜਾ ਸੀਗਾ ਛੋਟੇ ਜਿਹੇ ਲਾਈਨ ਦੇ ਵਿੱਚ ਪੂਰਾ ਦਾ ਪੂਰਾ ਐਕਸਪਲੇਨ ਕਰਵਾਤਾ, ਠੀਕ ਹੈ। ਤੁਸੀਂ ਕੀ ਕਰੋਗੇ? ਤੁਸੀਂ ਬਹੁਤ ਸਾਰੇ ਵਰਡ ਛੋਟੇ ਛੋਟੇ ਵਰਡਸ ਯੂਜ਼ ਕਰਕੇ ਉਹਨੂੰ ਬਣਾਓਗੇ ਲਾਈਨ, ਠੀਕ ਹੈ। ਉਹ 3-4 ਲਾਈਨਸ ਤੋਂ ਜ਼ਿਆਦਾ ਖਾ ਜਾਊਗਾ, ਠੀਕ ਹੈ। ਫਿਰ ਉਹ 'ਚ ਗਲਤੀ ਦੇ ਚਾਂਸਸ ਵੀ ਜ਼ਿਆਦਾ ਹੁੰਦੇ। ਦੂਸਰਾ, ਜਦੋਂ ਮੈਂ ਉਨੀ ਕੁ ਵਰਡ ਲਿਮਿਟ ਦੇ ਵਿੱਚ ਇੱਕ ਆਈਡੀਆ ਪ੍ਰੋਪਰਲੀ ਪੁੱਟ ਕਰਦਾ, ਮੇਰੇ ਕੋਲ ਆਪਸ਼ਨ ਹੈਗਾ ਕਿ ਮੈਂ ਇੰਨੀ ਕੁ ਵਰਡ ਲਿਮਿਟ ਦੇ ਵਿੱਚ ਇੱਕ ਆਈਡੀਆ ਹੋਰ ਪੁੱਟ ਕਰਦਾ। ਤੇ ਜਿੱਥੇ ਮੈਂ ਸਿਰਫ 2 ਮਤਲਬ ਆਈਡੀਆਜ਼ ਕਰਦਾ ਮੈਂ ਸਪੈਸੀਫਾਈ, ਉੱਥੇ ਮੈਂ 3 ਵੀ ਕਰ ਸਕਦਾ। ਉਹ ਪੜ੍ਹਨ ਵਾਲੇ ਨੂੰ ਪਤਾ ਲੱਗ ਜਾਣਾ ਕਿ ਨਹੀਂ ਯਾਰ ਬੱਚੇ ਕੋਲ ਇੱਕ ਤਰੀਕਾ ਹੈ ਆਈਡੀਆਜ਼ ਨੂੰ ਐਕਸਪਲੇਨ ਕਰਨ ਦਾ, ਠੀਕ ਹੈ। ਦੈਨ ਹੁਣ ਆ ਵੀ ਐਡਵਰਬ ਹੈ। ਉਦੋਂ ਵੀ ਤੁਹਾਨੂੰ ਮੈਂ ਕਿਹਾ ਸੀਗਾ ਕਿ ਇਹਦੇ 'ਚੋਂ ਹੁਣ ਜੇ ਮੈਂ ਚਾਹਾਂ ਤਾਂ ਇਹਦੀਆਂ ਚੀਜ਼ਾਂ ਇਦਾਂ ਹੀ ਕਰ ਸਕਦੇ ਆ,
ਮਤਲਬ ਸ਼ਟ ਆਫ ਕਰ ਸਕਦੇ, ਬਟ ਇਹਦੇ ਨਾਲ ਮੇਰੀ ਲਾਈਨ ਕੰਪਲੀਟ ਬਣਦੀ ਪਈ ਤੇ ਸੋਹਣੀ ਬਣਦੀ ਪਈ ਹੈ। ਪਲੱਸ ਮੇਰੇ ਕੋਲੇ ਇੱਕੋ ਹੀ ਲਾਈਨ ਦੇ ਵਿੱਚ 1 2 3 ਤੇ 4 ਤੇ 5 ਜੇ ਮੈਜੋਰਿਟੀ ਨੂੰ ਗਿਣਿਆ ਜਾਵੇ 4 ਜਾਂ 5 ਵੋਕੈਬਲਰੀ ਵਰਡ ਮੇਰੇ ਕੋਲੇ ਇੱਕ ਸੈਂਟੈਂਸ ਦੇ ਵਿੱਚ ਆਉਂਦੇ ਨੇ। ਤਾਂ ਮਤਲਬ 3 ਲਾਈਨਾਂ ਦੇ ਵਿੱਚ 5 ਵੋਕੈਬਲਰੀ ਵਰਡ ਜੇ ਮੈਂ ਇੱਕ ਸੈਂਟੈਂਸ ਲਿਖਦਾ ਪਿਆ ਉਦੋਂ ਗੱਲ ਕਰਦੇ ਪਏ ਸੀ ਕਿ ਟਾਸਕ 2 13 ਸੈਂਟੈਂਸਾਂ ਦੇ ਵਿੱਚ ਖਤਮ ਕਰਨਾ। ਤੇ ਜੇ ਮੰਨ ਲਓ ਕਿ ਮੇਰਾ ਉਦੋਂ ਚੱਲ ਗਿਆ ਸਮਾਨ ਮਤਲਬ ਵੋਕੈਬਲਰੀ ਸਾਰੀ ਚੱਲ ਗਈ ਤਾਂ 13 5 65 65 ਤਾਂ ਮੇਰੇ ਵੋਕੈਬਲਰੀ ਵਰਡਸ ਨਿਕਲ ਜਾਣਗੇ। ਤਾਂ ਡੈਫੀਨੇਟਲੀ ਪੜ੍ਹਨ ਵਾਲੇ ਨੂੰ ਮਜ਼ਾ ਆਊਗਾ ਕਿ ਯਾਰ ਬਹੁਤ ਸੋਹਣਾ ਲਿਖਿਆ ਹੈ। ਚਲੋ ਆਪਾਂ ਔਨ ਐਨ ਐਵਰੇਜ ਕਹਿ ਦਿੰਦੇ ਕਿ ਚਲੋ 40 ਕੁ ਵਰਡਸ ਵੀ ਜੇ ਨਿਕਲ ਜਾਂਦੇ ਆ ਵੋਕੈਬਲਰੀ ਦੇ ਤਾਂ ਵੋਕੈਬਲਰੀ ਇਹ ਨਹੀਂ ਹੁੰਦੀ ਕਿ ਬਹੁਤ ਹਾਈ ਐਂਡ ਲਿਖੇ ਹੋਣੇ ਚਾਹੀਦੇ। ਜਿਵੇਂ ਚਲੋ ਮੈਂ ਇੱਥੇ ਓਵਰਟੇਕਨ ਨੂੰ ਹਾਈ ਐਂਡ ਕਹਿ ਦਿੰਦਾ, ਓਵਰਟੇਕਨ ਨੂੰ ਨਾਰਮਲੀ ਕਿਸੇ ਬੱਚੇ ਦੇ ਦਿਮਾਗ 'ਚ ਨਹੀਂ ਆਉਣਾ, ਠੀਕ ਹੈ, ਉੱਥੇ ਲਿਖਦੇ ਟਾਈਮ ਤੇ ਇਹਨੂੰ ਕਹਿ ਦੂੰਗਾ ਥੋੜਾ ਜਿਹਾ ਵਧੀਆ ਜਾਂ ਫੈਸਿਲਿਟੇਟਡ ਨੂੰ ਕਹਿ ਦੂੰਗਾ ਕਿ ਵਧੀਆ, ਠੀਕ ਹੈ। ਬਾਕੀ ਵਾਲੇ ਹੈਗੇ ਬੇਸ਼ੱਕ ਉਹ ਕਾਮਨ ਵਰਡਸ ਆ ਬਟ देयर आर ਵੈਰੀ ਰੇਅਰ ਸਟੂਡੈਂਟਸ ਹੂ ਕੈਨ ਐਕਚੁਅਲੀ ਯੂਜ਼ them in a proper manner। ਤੇ ਆਪਾਂ ਉਹੀ ਚੀਜ਼ਾਂ ਸਿੱਖਣੀਆਂ। ਐਂਡ ਚਿਹਰਿਆਂ ਨੂੰ ਦੇਖ ਕੇ ਇਸ ਟਾਈਮ ਪਤਾ ਲੱਗਦਾ ਹੈ ਕਿ ਬਹੁਤ ਬੱਚਿਆਂ ਨੂੰ ਲੱਗਦਾ ਹੈ ਕਿ ਯਾਰ ਸਮਝ ਹੀ ਨਹੀਂ ਲੱਗਦੀ ਕਿ ਕੁਝ, ਠੀਕ ਹੈ, ਬਟ ਇਦਾਂ ਦੀਆਂ ਚੀਜ਼ਾਂ ਜਿੱਦਾਂ ਜਿੱਦਾਂ ਡਿਟੇਲ 'ਚ ਕਰਦੇ ਜਾਓਗੇ ਉਦਾਂ ਉਦਾਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਇਹ ਚੀਜ਼ ਇਸ ਮਤਲਬ ਆ ਤਾਂ ਮੈਂ ਹੁਣ ਤਾਂ ਸਮਝਾਉਣ ਲੱਗ ਗਿਆ ਕਿ ਤੁਹਾਨੂੰ ਇਹ ਮਹਿਸੂਸ ਹੋ ਜਾਵੇ ਕਿ ਆਪਾਂ ਇੰਗਲਿਸ਼ ਨੂੰ ਕਿੰਨਾ ਉੱਪਰੋਂ ਹੀ ਪੜ੍ਹ ਕੇ ਲੰਘ ਜਾਂਦੇ ਜਦ ਕਿ ਉਹ ਇੱਕੋ ਹੀ ਲਾਈਨ ਦੇ ਵਿੱਚ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਕਿ ਉਹਨੇ ਐਡਜੈਕਟਿਵ ਇਦਾਂ ਵੀ ਯੂਜ਼ ਕੀਤਾ ਉਦਾਂ ਵੀ ਯੂਜ਼ ਕੀਤਾ ਐਡਵਰਬ ਵੀ ਪਾਇਆ ਵੀ ਕੀਤਾ ਹੋਵੇ ਤਾਂ ਤੁਹਾਡੀ ਫ੍ਰੀ ਦੀ ਵੋਕੈਬਲਰੀ ਬਣ ਕੇ ਨਿਕਲਦੀ ਤੁਹਾਡੀ ਰਾਈਟਿੰਗ ਕਲਾਸ। ਓਕੇ, ਜਿਹੜੀ ਆਪਣੀ ਲਾਸਟ ਟਾਈਪ ਆ ਗਈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਅਸ। ਇਹਦੇ ਵਿੱਚ ਕੀ ਹੁੰਦਾ ਹੈ ਕਿਸੇ ਸਮੇਂ ਤੋਂ ਚੱਲ ਰਿਹਾ ਕੰਮ, ਕਿਸੇ ਸਮੇਂ ਤੋਂ ਚੱਲ ਰਿਹਾ ਹੈ, ਠੀਕ ਹੈ, ਜਾਂ ਚੱਲ ਕਿਸੇ ਮਤਲਬ ਜੇ ਕੰਮ ਦੀ ਗੱਲ ਕਰਦਾ ਮੈਂ ਤਾਂ ਰਿਹਾ ਹੈ ਹੀ ਬਣੂਗਾ, ਠੀਕ ਹੈ। ਅਕੋਰਡਿੰਗ ਟੂ ਦਾ ਸੈਂਟੈਂਸ ਰਹੀ ਹੈ ਵੀ ਹੋ ਸਕਦਾ ਐਂਡ ਤੇ ਬਟ ਟਾਈਮ ਦਿੱਤਾ ਹੋਊਗਾ ਤੇ ਰਹੇ ਹਨ ਵੀ ਹੋ ਸਕਦਾ। ਜਿਵੇਂ ਆਪਾਂ ਹੀ ਕਿ ਆਪਾਂ ਪਿਛਲੇ 2 ਘੰਟੇ ਤੋਂ ਕਲਾਸ ਲਗਾ ਰਹੇ ਹਾਂ ਤਾਂ 2 ਘੰਟੇ ਵਾਲੀ ਗੱਲ ਆ ਗਈ ਤੇ ਲਗਾ ਰਹੇ ਹਾਂ ਜਾਂ ਰਹੇ ਹਨ ਉਹ ਸਵੇਰ ਤੋਂ ਕਲਾਸ ਲਗਾ ਰਹੇ ਹਨ, ਕੋਈ ਕਹਿ ਦੇਵੇ ਬਾਹਰ ਹੈ ਨਾ, ਤਾਂ ਉਹ ਸਵੇਰ ਤੋਂ ਕਲਾਸ ਲਗਾ ਰਹੇ ਹਨ ਤਾਂ ਇਹਦੇ ਚੱਲ ਠੀਕ ਹੈ। ਇਹਦਾ ਵੀ ਰੂਲ ਸਿੰਪਲ ਹੀ ਹੁੰਦਾ ਹੈ। ਦ ਬੈਸਟ ਥਿੰਗ ਇਜ਼ ਕਿ ਇਹਦੇ ਕੋਈ ਪੈਸਿਵ ਨਹੀਂ ਬਣਨੇ ਹੁੰਦੇ, ਠੀਕ ਹੈ। ਜਿਹੜੇ ਆਪਣੇ ਪਰਫੈਕਟ ਟੈਂਸਸ ਹੁੰਦੇ ਆ ਇਹਨਾਂ ਦੇ ਪੈਸਿਵ ਨਹੀਂ ਬਣਦੇ। ਤਾਂ ਇੱਕ ਤਾਂ ਆ ਚੀਜ਼, ਦੂਸਰਾ ਦੇ ਆਰ ਰੇਅਰਲੀ ਯੂਜ਼ਡ ਇਨ ਯੋਰ ਰਾਈਟਿੰਗ ਔਰ ਸਪੀਕਿੰਗ, ਬਹੁਤ ਘੱਟ ਯੂਜ਼ ਹੁੰਦੇ ਆ। ਇਹ ਜਿਹੜਾ ਟੈਂਸ ਹੈ ਇੱਕੋ ਇੱਕ ਬਸ 2-3 ਟੌਪਿਕਸ ਦੇ ਵਿੱਚ ਯੂਜ਼ ਹੋਊਗਾ ਜਿੱਥੇ ਤੁਸੀਂ ਆਹ ਦੱਸਣਾ ਕਿ ਮੈਂ ਆਹ ਕੰਮ ਇੰਨੇ ਸਮੇਂ ਤੋਂ ਕਰ ਰਿਹਾ, ਠੀਕ ਹੈ। ਉਹਦੇ ਚੋਂ ਸਪੀਕਿੰਗ ਦੇ 2 ਕੁਐਸਚਨ ਬਹੁਤ ਕਾਮਨ ਤੁਹਾਡੇ ਪਹਿਲੇ ਜਿਹੜੇ 2 ਟੌਪਿਕ ਹੈ ਹੋਮ ਟਾਊਨ ਵਾਲਾ ਤੇ ਤੁਹਾਡੇ ਹੋਮ ਵਾਲਾ, ਠੀਕ ਹੈ। ਉਹਦੇ ਚੋਂ ਪੁੱਛਦੇ ਕਿ ਹਾਊ ਲੌਂਗ ਹੈਵ ਯੂ ਬੀਨ ਲਿਵਿੰਗ ਇਨ ਦਿਸ ਹਾਊਸ, ਠੀਕ ਹੈ। ਤਾਂ ਉਹਦਾ ਆਨਸਰ ਇਹਦੇ 'ਚ ਹੀ ਆਉਣਾ, ਆਈ ਹੈਵ ਬੀਨ ਲਿਵਿੰਗ ਹੇਅਰ ਸਿੰਸ ਮਾਈ ਚਾਈਲਡ ਜਾਂ ਆਈ ਹੈਵ ਬੀਨ ਲਿਵਿੰਗ ਹੇਅਰ ਫॉर 20 ਇਅਰਸ, ਕੁਝ ਵੀ ਇਦਾਂ ਦਾ। ਜੇ ਕਪੂਰਥਲਾ ਬਾਰੇ ਪੁੱਛਦਾ ਪਿਆ ਤਾਂ ਸੇਮ ਆਹੀ ਆਨਸਰ, ਠੀਕ ਹੈ। ਜਾਂ ਜੇ ਤੁਸੀਂ ਕੁਝ ਕਿਊ ਕਾਰਡ ਸੁਣਾਉਂਦੇ ਪਏ ਹੋ ਤਾਂ ਤੁਸੀਂ ਦੱਸਣਾ ਹੈ ਕਿ ਆਈ ਹੈਵ ਬੀਨ ਡੂਇੰਗ ਦਿਸ ਐਕਟੀਵਿਟੀ ਸਿੰਸ ਮਾਈ ਚਾਈਲਡਹੁੱਡ, ਤਾਂ ਉੱਥੇ, ਠੀਕ ਹੈ। ਰਾਈਟਿੰਗ ਦੇ ਵਿੱਚ ਇਹ ਚੀਜ਼ ਬਹੁਤ ਰੇਅਰਲੀ ਯੂਜ਼ ਹੁੰਦੀ ਹੈ। ਤਾਂ ਹੁਣ ਇੱਥੇ ਕੀ ਹੋਊਗਾ, ਸਬਜੈਕਟ ਪਲੱਸ ਹੈਜ਼ ਹੈਵ ਪਲੱਸ ਬੀਨ प्लस वर्ब दी थर्ड फॉर्म नहीं वर्ब दी फर्स्ट फॉर्म ਨਾਲ ing प्लस ऑब्जेक्ट प्लस since या for प्लस ਉਹਦਾ टाइम। ਤਾਂ since ਕਿੱਥੇ ਲੱਗਦਾ ਤੇ for ਕਿੱਥੇ ਲੱਗਦਾ? सर for अगर accurate time duration होती है like 2 hours। हाँ ਤੇ since long duration नहीं long duration नहीं कह सकते जिदा ਆਪਾਂ accurate ਅੰਦਾਜ਼ਾ ਨਹੀਂ ਲਗਾ ਸਕਦੇ। ਇੱਥੇ ਗੜਬੜ ਕਰਤੀ। ਜਦੋਂ ਪੱਕਾ ਟਾਈਮ since ਸਟਾਰਟਿੰਗ ਲਈ ਲੱਗਦਾ ਜਦੋਂ ਪੱਕਾ ਟਾਈਮ ਦਿੱਤਾ ਹੁੰਦਾ। ਪੱਕਾ ਟਾਈਮ ਇਨ ਦਾ ਸੈਂਸ ਕਿ ਉਹਦਾ ਸਟਾਰਟਿੰਗ ਵਾਲਾ ਟਾਈਮ 1995 1972 ਜਾਂ ਕੁਝ ਵੀ ਇਦਾਂ। ਤੁਸੀਂ ਜਿਹੜਾ ਸਪੈਸੀਫਾਈ ਕੀਤਾ ਤੁਸੀਂ ਉਹਦੀ ਡਿਊਰੇਸ਼ਨ ਕਿਹਾ, ਉਹ ਗੱਲ ਸਹੀ ਹੈ ਤੁਹਾਡੀ, ਠੀਕ ਹੈ। ਪ੍ਰੋਪਰ ਟਾਈਮ ਡਿਊਰੇਸ਼ਨ ਜਦੋਂ ਦਿੱਤੀ ਹੋਗੀ ਉਦੋਂ for, ਠੀਕ ਹੈ। ਤਾਂ ਤੁਸੀਂ ਐਗਜ਼ਾਮਪਲ ਜਿਹੜੀ ਦਿੱਤੀ ਉਹ ਸਹੀ ਹੈ, ਜਿਵੇਂ 2 ਇਅਰਸ ਹੋ ਗਿਆ 2 ਆਵਰਸ ਹੋ ਗਿਆ ਕੁਝ ਵੀ ਇਦਾਂ। ਤੇ ਜਿੱਥੇ ਟਾਈਮ ਦਿੱਤਾ ਹੋਇਆ ਪਰ ਉੱਥੇ ਕੀ ਕਹੂੰਗਾ
ਉਹਨੂੰ ਮੈਂ ਇਹ ਨਹੀਂ ਕਹੂੰਗਾ ਕਿ ਉਹ ਸਪੈਸੀਫਿਕ ਜਾਂ ਇੱਕ ਫਿਕਸ ਟਾਈਮ ਦਿੱਤਾ ਜਾਂ ਪ੍ਰੋਪਰ ਟਾਈਮ ਦਿੱਤਾ, ਉੱਥੇ ਇੱਕ ਸਿਰਫ ਡਿਊਰੇਸ਼ਨ ਦਿੱਤੀ ਹੋਈ। ਫਿਕਸ ਟਾਈਮ ਜਾਂ ਪ੍ਰੋਪਰ ਟਾਈਮ ਜਾਂ ਪਾਰਟਿਕੂਲਰ ਟਾਈਮ ਜਿੱਥੇ ਦਿੰਦਾ ਪਿਆ ਉਹ ਸਟਾਰਟਿੰਗ ਸਿੰਸ ਦੇ ਵਿੱਚ। ਤਾਂ ਯਾਦ ਰੱਖਣ ਲਈ ਬਸ ਇੰਨਾ ਕਰਨਾ ਹੁੰਦਾ ਹੈ ਕਿ S ਫॉर ਸਿੰਸ ਤੇ S ਫॉर ਸਟਾਰਟਿੰਗ। ਤਾਂ ਜਿੱਥੇ ਆਪਾਂ ਨੇ ਕਿਸੇ ਚੀਜ਼ ਦਾ ਸਟਾਰਟਿੰਗ ਟਾਈਮ ਦਿੱਤਾ ਹੋਇਆ ਉੱਥੇ ਆਪਣਾ ਸਿੰਸ ਲੱਗੂਗਾ, ਜਿੱਥੇ ਉਹਦੀ ਡਿਊਰੇਸ਼ਨ ਕਿੰਨੇ ਸਮੇਂ ਲਈ ਚੱਲਿਆ ਉੱਥੇ ਉਹਦਾ ਫॉर ਲੱਗੂਗਾ। ਠੀਕ ਹੈ, ਤੇ ਜਿਵੇਂ ਸਟਾਰਟਿੰਗ ਦੇ ਲਈ 1972 1975 ਜਾਂ ਕੁਝ ਵੀ ਇਦਾਂ ਦਾ ਪਲੱਸ ਉਹਦੇ ਨਾਲ ਜੇ ਮਾਰਨਿੰਗ ਈਵਨਿੰਗ ਜਾਂ ਕੁਝ ਇਦਾਂ ਦਾ ਟਾਈਮ ਆਉਂਦਾ ਪਿਆ, ਜਿਵੇਂ ਮੈਂ ਹੁਣੇ ਕਿਹਾ ਕਿ ਆਈ ਹੈਵ ਬੀਨ ਲਿਵਿੰਗ ਹੇਅਰ ਸਿੰਸ ਚਾਈਲਡਹੁੱਡ। ਠੀਕ ਹੈ, ਕਿ ਆਪਣੀ ਬਚਪਨ ਤੋਂ ਹੀ, ਤਾਂ ਉਹਦਾ ਸ਼ੁਰੂਆਤੀ ਟਾਈਮ ਹੈ ਕਿ ਕਦੋਂ ਰਹਿਣ ਆ ਗਿਆ ਸੀ ਤੇ ਬਚਪਨ ਤੋਂ, ਤਾਂ ਉਹਦਾ ਸਟਾਰਟਿੰਗ ਟਾਈਮ ਹੈ। ਜੇ ਮੈਂ ਕਹਾਂ ਕਿ ਮੈਂ ਇੱਥੇ 20 ਸਾਲ ਤੋਂ ਰਹਿ ਰਿਹਾ ਹਾਂ, ਫਿਰ ਆ ਜਾਊਗਾ ਫॉर। ਤਾਂ ਆਈ ਹੈਵ ਬੀਨ ਲਿਵਿੰਗ ਹੇਅਰ ਫॉर 20 ਇਅਰਸ ਜਾਂ 12 ਇਅਰਸ ਜਾਂ ਜੋ ਵੀ ਹੈਗਾ। ਤੇ ਇਹਦੀ ਪਹਿਲੀ ਲਾਈਨ, ਚਲੋ ਮੈਂ ਇੱਥੇ 4 ਸਾਲ ਤੋਂ ਪੜ੍ਹਾ ਰਿਹਾ ਹਾਂ। ਤਾਂ ਇਹ ਬਹੁਤ ਇੱਕ ਕਾਮਨ ਮਿਸਟੇਕ ਹੈ, ਬੱਚੇ ਕੀ ਕਰ ਦਿੰਦੇ ਆ, ਆਈ ਐਮ ਟੀਚਿੰਗ ਹੇਅਰ ਫਰੋਮ 4 ਇਅਰਸ। ਇੱਥੇ ਤੋਂ ਜ਼ਰੂਰ ਲੱਗਿਆ ਹੈ ਕਿ ਇੰਨੇ ਟਾਈਮ ਤੋਂ, ਬਟ ਉਹਦਾ ਫਰੋਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਠੀਕ ਹੈ, ਉਹ ਜਿਹੜਾ ਤੋਂ ਆ ਉਹ ਆਪਣਾ ਸਿੰਸ ਜਾਂ ਫॉर ਦੇ ਵਿੱਚ ਕਵਰ ਹੋ ਜਾਣਾ। ਠੀਕ ਹੈ, ਇਹਦਾ ਫਰੋਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਤੇ ਦੂਸਰਾ ਆਈ ਐਮ ਇੱਥੇ ਨਹੀਂ ਲਾ ਸਕਦਾ, ਇੱਥੇ ਆਈ ਹੈਵ ਬੀਨ ਆਊਗਾ। ਠੀਕ ਹੈ, ਇਹਦਾ ਕੀ ਆ ਜਾਊਗਾ, ਆਈ ਸਬਜੈਕਟ ਆ ਗਿਆ ਆਈ, ਫਿਰ ਆ ਜਾਊਗਾ ਹੈਵ, ਕਿਉਂਕਿ ਆਈ ਦੇ ਨਾਲ ਹੈਵ ਹੀ ਲੱਗਣਾ ਹੁੰਦਾ, ਫਿਰ ਲੱਗੂਗਾ ਬੀਨ, ਫਿਰ ਵਰਬ ਦੀ ਥਰਡ ਫਾਰਮ, ਸੌਰੀ ਫਰਸਟ ਫਾਰਮ ਨਾਲ ਆਈਐਨਜੀ। ਤਾਂ ਆਈ ਹੈਵ ਬੀਨ ਟੀਚਿੰਗ। ਇੱਥੇ ਨੂੰ ਕੀ ਕਹਾਂਗੇ, ਹੇਅਰ, ਆਈ ਹੈਵ ਬੀਨ ਟੀਚਿੰਗ ਹੇਅਰ। ਹੁਣ ਇੱਥੇ ਸਿੰਸ ਲੱਗੂਗਾ ਕਿ ਫॉर ਲੱਗੂਗਾ, ਫॉर 4 ਇਅਰਸ। ਜੇ ਮੈਂ ਉੱਪਰ 2017 ਲਿਖ ਦਵਾਂ, ਫਿਰ ਇੱਥੇ ਫॉर ਵਾਲੇ ਦੀ ਜਗ੍ਹਾ ਕੀ ਆ ਜਾਣਾ, ਸਿੰਸ। ਤਾਂ ਇੱਥੇ ਆਪਣਾ ਪ੍ਰੈਜ਼ੈਂਟ ਦਾ ਸਿਰਫ ਇੱਕ ਟਾਈਪ ਖਤਮ ਹੁੰਦਾ ਹੈ, ਮਤਲਬ ਸਿਰਫ ਪੋਜ਼ਿਟਿਵ ਵਾਲੀਆਂ ਲਾਈਨਸ ਜਿਹ 'ਚ ਆਪਾਂ ਹਾਂ ਵਾਚਕ ਗੱਲ ਕਰਦੇ ਹਾਂ। ਬਟ ਥੀਸ ਆਰ ਵੈਰੀ ਕਾਮਨ ਵਨਸ। ਠੀਕ ਹੈ, ਇਹਨਾਂ ਤੋਂ ਹੀ ਸ਼ੁਰੂਆਤ ਹੋਣੀ ਹੈ ਤੁਹਾਡੀ। ਮਤਲਬ ਜੇ ਆਪਾਂ ਕੁਝ ਕਰਦੇ ਪਏ ਹਾਂ, ਕੁਝ ਪੜ੍ਹਦੇ ਪਏ ਹਾਂ, ਤਾਂ ਪਹਿਲਾਂ ਐਟਲੀਸਟ ਉਹਦਾ ਬੇਸਿਕ ਜਿਹੜਾ ਸਟੈਪ ਹੈਗਾ ਉਹਨੂੰ ਕਵਰ ਅਪ ਕਰੋ ਰੈਦਰ ਦੈਨ ਰਨਿੰਗ ਫॉर एवरीथिंग। ਠੀਕ ਹੈ, ਇਸੇ ਕਰਕੇ ਟਾਸਕ 1 ਦੀਆਂ ਤੁਹਾਨੂੰ ਸਿਰਫ ਉਨੀਆਂ ਲਾਈਨਸ ਤੇ ਫੋਕਸ ਕਰਨ ਨੂੰ ਕਿਹਾ ਜਾਂਦਾ ਜਿੰਨੀਆਂ ਤੁਹਾਡੀਆਂ ਉਹਦੇ ਲਈ ਜ਼ਰੂਰੀ ਤਾਂ ਕਿ ਤੁਹਾਡੇ ਕੋਲ ਬੇਸ ਖੁੱਲ ਜਾਵੇ।